किताब ते सिख भी निकलिया गया। लेखक कुलबीर सिंह कौड़ा। भाग 9वां। आवाज़ भाई गुरजंट सिंह रूपोवाली। वाहिगुरू जी का खालसा वाहिगुरू जी की फतेह। राधा स्वामी निरंकारी आद। जिसने शराब छड्डनी होवे ਉਹ ਗੁਰਦੁਆਰੇ नहीं ਜਾਂਦਾ, ਰਾਧਾ ਸਵਾਮੀਆਂ ਦੇ ਡੇਰੇ ਤੇ ਜਾਂਦਾ ਹੈ। ਹਾਲਾਂਕਿ ਸ਼ਰਾਬ ਪੀਣੀ ਤਾਂ ਗੁਰਦੁਆਰੇ ਵੀ ਨਹੀਂ ਦੱਸਦੇ, ਉੱਥੇ ਵੀ ਸ਼ਰਾਬ ਨੂੰ ਮਾੜਾ ਹੀ ਕਹਿੰਦੇ ਹਨ। ਫਿਰ ਕੋਈ ਰਾਧਾ ਸਵਾਮੀਆਂ ਦੇ ਡੇਰੇ ਤੇ ਹੀ ਕਿਉਂ ਜਾਂਦਾ ਹੈ? ਕਿਉਂਕਿ ਉਹਨਾਂ ਨੇ ਲੋਕਾਂ ਵਿੱਚ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਉਸ ਧਰਮ ਵਿੱਚ ਸ਼ਰਾਬ ਨਹੀਂ ਪੀਤੀ ਜਾਂਦੀ। ਮਾਲਵੇ ਵਿੱਚ ਜਿਹੜਾ ਮਲਵਈ ਸ਼ਰਾਬ ਨਾ ਪੀਂਦਾ ਹੋਵੇ, ਦੂਜੇ ਕਹਿਣਗੇ ਉਹ ਤਾਂ ਬਈ ਜਮਾ ਰਾਧਾ ਸਵਾਮੀ ਹੋ ਗਿਆ। ਪਰ ਦੂਜੇ ਪਾਸੇ ਕਈ ਲੋਕ ਹਾਸੇ ਨਾਲ ਇਹ ਵੀ ਕਹਿ ਦਿੰਦੇ ਹਨ, ਰਾਧਾ ਸਵਾਮੀ ਪਊਆ ਸਵੇਰੇ ਅਧੀਆ ਸ਼ਾਮੀ। ਮਜੀਠਾ ਰੋਡ ਤੇ ਪਿੰਡ ਨਾਗਾ ਵਿੱਚ ਇੱਕ ਰਾਧਾ ਸਵਾਮੀ ਪਰਿਵਾਰ ਦੇ ਤੂੜੀ ਦੇ 16 ਕੁੱਪਾਂ ਮੂਸਲਾਂ ਨੂੰ ਅੱਗ ਲੱਗ ਗਈ। ਪਿੰਡ ਦੇ ਹੀ ਇੱਕ ਪਰਿਵਾਰ ਜਿਨ੍ਹਾਂ ਨਾਲ ਰਾਧਾ ਸਵਾਮੀ ਪਰਿਵਾਰ ਦੀ ਲੱਗਦੀ ਸੀ ਦੇ ਮੁੰਡੇ ਤੇ ਕੁੱਪਾਂ ਨੂੰ ਅੱਗ ਲਾਉਣ ਦਾ ਇਲਜ਼ਾਮ ਲੱਗਾ। ਮੁੰਡੇ ਦੇ ਘਰ ਵਾਲਿਆਂ ਉਹਨੂੰ ਭੱਜ ਜਾਣ ਦੀ ਸਲਾਹ ਦਿੱਤੀ ਤਾਂ ਕਿ ਪੁਲਿਸ ਦਾ ਬੇਲੋੜਾ ਕੁਟਾਪਾ ਨਾ ਚੜ ਜਾਵੇ। ਪਰ ਉਹ ਮੁੰਡਾ ਘਰੋਂ ਨਾ ਭੱਜਿਆ ਕਿਉਂਕਿ ਉਹ ਸੱਚਾ ਸੀ। ਇਸੇ ਲਈ ਹੀ ਉਹਨੇ ਸਿਰ ਤੇ ਆਏ ਸੰਕਟ ਅੱਗੇ ਖਲੋਣ ਦਾ ਫੈਸਲਾ ਕੀਤਾ। ਪਿੰਡ ਦੇ ਲੋਕਾਂ ਨੂੰ ਵੀ ਪਤਾ ਸੀ ਕਿ ਮੁੰਡਾ ਬੇਕਸੂਰ ਹੈ, ਪਰ ਉਹਦਾ ਰਾਧਾ ਸਵਾਮੀ ਡੇਰੇ ਵਾਲੇ ਬਾਬੇ ਦਾ ਵੀ ਸਰਕਾਰੀ ਦਰਬਾਰੇ ਇੰਨਾ ਕੁ ਅਸਰ ਰਸੂਖ ਹੈ ਕਿ ਬਿਆਸ ਤੇ ਮਜੀਠਾ ਥਾਣਿਆਂ ਨਾਲ ਸੰਬੰਧਿਤ ਸਿਪਾਹੀ ਵੀ ਬਾਬੇ ਨੂੰ ਪੁੱਛੇ ਬਗੈਰ ਘਰ ਨਹੀਂ ਜਾਂਦਾ। ਪੁਲਿਸ ਆਈ, ਥਾਣੇਦਾਰ ਨੇ ਸਾਰਾ ਪਿੰਡ ਇਕੱਠਾ ਕਰ ਲਿਆ। ਮੁੰਡਾ ਪੜ੍ਹਿਆ ਲਿਖਿਆ ਸੀ। ਉਹਨੇ ਪੁਲਿਸ ਨੂੰ ਤੇ ਪਿੰਡ ਦੇ ਪਤਵੰਤੇ ਸੱਜਣਾ ਨੂੰ ਮੌਕੇ ਤੇ ਚੱਲਣ ਦੀ ਬੇਨਤੀ ਕੀਤੀ ਜਿੱਥੇ ਕੁੱਪ ਸੜੇ ਸਨ। ਲਾਲ ਡੇਲੇ ਕੱਢਦਾ ਪੁਲਿਸ ਇੰਸਪੈਕਟਰ ਇਹ ਗੱਲ ਮੰਨ ਤਾਂ ਗਿਆ, ਪਰ ਉਸ ਨੂੰ ਵੱਡੇ ਅਫਸਰਾਂ ਨੇ ਹੁਕਮ ਇਹ ਦਿੱਤਾ ਸੀ ਕਿ ਰਾਧਾ ਸਵਾਮੀ ਦੇ ਪਰਿਵਾਰ ਨਾਲ ਵਿਰੋਧਤਾ ਵਾਲੇ ਪਰਿਵਾਰ ਨੂੰ ਰਗੜਾ ਲਾਉਣਾ ਹੀ ਲਾਉਣਾ ਹੈ। ਮੌਕੇ ਤੇ ਜਾ ਕੇ ਪੜ੍ਹੇ ਲਿਖੇ ਲੜਕੇ ਨੇ ਸਾਰਾ ਪਾਸਾ ਹੀ ਪਲਟ ਕੇ ਰੱਖ ਦਿੱਤਾ। ਉਸ ਨੇ ਇਹ ਕਹਿ ਕੇ ਸਾਰੇ ਸੁੰਨ ਕਰ ਦਿੱਤੇ ਕਿ ਅੱਗ ਇਹਨਾਂ ਰਾਧਾ ਸਵਾਮੀਆਂ ਕੋਲੋਂ ਆਪ ਲੱਗੀ ਹੈ। ਇਹ ਰਾਧਾ ਸਵਾਮੀ ਸ਼ਰਾਬ ਕੱਢ ਰਹੇ ਸਨ। ਜਦੋਂ ਸ਼ਰਾਬ ਕੱਢੀ ਗਈ ਤੇ ਕੰਮ ਨਿਬੜ ਗਿਆ ਤਾਂ ਇਹਨਾਂ ਨੇ ਲਾਹਣ ਵਗੈਰਾ ਟਿਕਾਣੇ ਲਾ ਕੇ ਬਲਦੀ ਅੱਗ ਤੇ ਪਾਣੀ ਪਾ ਕੇ ਬੁਝਾ ਦਿੱਤੀ, ਪਰ ਕਿਤੇ ਇੱਕ ਅੱਧੀ ਚੰਗਿਆੜੀ ਬਲਦੀ ਰਹਿ ਗਈ। ਤੂੜੀ ਦੀ ਅੱਗ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਛੇਤੀ ਕੀਤੇ ਬੁਝਦੀ ਨਹੀਂ ਤੇ ਹਵਾ ਪੈਣ ਨਾਲ ਫਿਰ ਸੁਲਗ ਪੈਂਦੀ ਹੈ। ਸ਼ਰਾਬ ਦੀ ਭੱਠੀ ਦੀਆਂ ਇੱਟਾਂ ਵੀ ਮੌਕੇ ਤੇ ਮੌਜੂਦ ਸਨ। ਆੜ ਵਿੱਚ ਡੁੱਲੀ ਹੋਈ ਤਾਜ਼ੀ ਲਾਹਣ ਦੀ ਪਰਤ ਵੀ ਬਕਾਇਦਾ ਮਿੱਟੀ ਤੇ ਘਾਹ ਉੱਤੇ ਮੌਜੂਦ ਸੀ। ਅੱਗ ਪਹਿਲਾਂ ਜ਼ਮੀਨ ਤੇ ਰੇਂਗਦੀ ਇੱਕ ਕੁੱਪ ਨੂੰ ਲੱਗੀ, ਫਿਰ ਨਾਲ ਦੇ ਸਾਰੇ ਕੁੱਪਾਂ ਨੂੰ ਲੱਗ ਗਈ। ਥਾਣੇਦਾਰ ਦਾ ਰਵੱਈਆ ਫੱਟ ਬਦਲ ਗਿਆ। ਉਸ ਮੁੰਡੇ ਨੇ ਕਿਹਾ, ਥਾਣੇਦਾਰ ਸਾਹਿਬ ਆਖੋ ਤਾਂ ਕੱਲ ਦੀ ਕੱਢੀ ਹੋਈ ਸ਼ਰਾਬ ਵੀ ਬਰਾਮਦ ਕਰਵਾ ਸਕਦਾ ਹਾਂ। ਪੁਲਿਸ ਨੂੰ ਕਰਨੀ ਹੀ ਪੈਣੀ ਸੀ। ਕਣਕ ਦੀਆਂ ਬੋਰੀਆਂ ਦੀ ਠੇਕੀ ਵਿੱਚੋਂ ਸ਼ਰਾਬ ਵੀ ਬਰਾਮਦ ਹੋ ਗਈ। ਕੇਸ ਦਾ ਕੀ ਬਣਿਆ ਇਹ ਗੱਲ ਤਾਂ ਛੱਡੋ, ਪਰ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਰਾਧਾ ਸਵਾਮੀਆਂ ਨੇ ਸ਼ਰਾਬ ਕੀ ਕਰਨੀ ਸੀ। ਸਿਰਫ ਇੱਕ ਛੋਟੇ ਮੁੰਡੇ ਤੋਂ ਬਗੈਰ ਸਾਰੇ ਟੱਬਰ ਵਿੱਚੋਂ ਕੋਈ ਵੀ ਸ਼ਰਾਬ ਨੂੰ ਹੱਥ ਨਹੀਂ ਸੀ ਲਾਉਂਦਾ। ਪਰ ਉਹ ਮੁੰਡਾ ਤਾਂ ਕਈਆਂ ਦਿਨਾਂ ਦਾ ਘਰ ਹੀ ਨਹੀਂ ਸੀ। ਅਸਲ ਗੱਲ ਇਹ ਸੀ ਕਿ ਉਹ ਪਰਿਵਾਰ ਤਾਂ ਸ਼ਰਾਬ ਨਹੀਂ ਪੀਂਦਾ, ਪਰ ਉਹਨਾਂ ਦੇ ਅੱਗੋਂ ਰਿਸ਼ਤੇਦਾਰ ਸਾਰੇ ਪੀਂਦੇ ਸਨ। ਮੁੰਡਿਆਂ ਦੇ ਸਹੁਰੇ ਸਾਲੇ, ਕੁੜੀਆਂ ਦੇ ਸਹੁਰੇ ਪਤੀ ਤੇ ਉਹਨਾਂ ਦੇ ਦਿਓਰ, ਜੇਠ, ਮਾਸੜ, ਫੁੱਫੜ ਸਭ ਪੀਣ ਵਾਲੇ ਸਨ। ਪੰਜਾਬ ਦੇ ਪੇਂਡੂ ਸਮਾਜ ਵਿੱਚ ਆਪ ਭਾਵੇਂ ਕੋਈ ਨਾ ਪੀਂਦਾ ਹੋਵੇ, ਪਰ ਰਿਸ਼ਤੇਦਾਰਾਂ ਨੂੰ ਪਿਆਉਣੀ ਹੀ ਪੈਂਦੀ ਹੈ। ਨਹੀਂ ਤਾਂ ਕੋਈ ਰਿਸ਼ਤੇਦਾਰ ਮਿਲਣ ਹੀ ਨਹੀਂ ਆਉਂਦਾ ਤੇ ਨਾ ਹੀ ਵਿਆਹ ਸ਼ਾਦੀ ਤੇ ਆਉਂਦਾ ਹੈ। ਜੇ ਕੋਈ ਆਵੇ ਤਾਂ ਮਰੇ ਤੇ ਭਾਵੇਂ ਆ ਜਾਵੇ। ਕਈ ਵਾਰ ਤਾਂ ਪ੍ਰਾਹੁਣੇ ਮੰਗ ਕੇ ਵੀ ਸ਼ਰਾਬ ਪੀਂਦੇ ਹਨ ਤੇ ਜੇ ਘਰ ਵਾਲਾ ਨਾ ਲਿਆਵੇ ਤਾਂ ਭੰਡਣੀ ਕਰਦੇ ਹਨ। ਇੱਕ ਵਾਰ ਕਿਸੇ ਪਿੰਡ ਦਾ ਇੱਕ ਬੰਦਾ ਤਾਰਿਆਂ ਦੀ ਛਾਵੇਂ ਹੀ ਘਰੋਂ ਤੁਰ ਪਿਆ ਕਿ ਧੁੱਪ ਚੜ੍ਹਨ ਤੋਂ ਪਹਿਲਾਂ ਹੀ ਟਿਕਾਣੇ ਤੇ ਪਹੁੰਚਿਆ ਜਾ ਸਕੇ। ਦਿਨ ਚੜ੍ਹ ਗਿਆ, ਧੁੱਪ ਨਿਕਲ ਆਈ। ਕਿਸੇ ਪਿੰਡ ਵਿੱਚੋਂ ਦੀ ਲੰਘ ਰਿਹਾ ਸੀ ਕਿ ਰਾਹ ਵਿੱਚ ਫੂੜੀ ਵਿਛੀ ਹੋਈ ਸੀ। ਉਹ ਬੰਦਾ ਵੀ ਥੱਕ ਚੁੱਕਾ ਸੀ ਤੇ ਨਾਲੇ ਮਰਗ ਦਾ ਅਫਸੋਸ ਤਾਂ ਹਰ ਇੱਕ ਨੂੰ ਕਰਨਾ ਹੀ ਬਣਦਾ ਹੈ। ਉਹ ਵੀ ਫੂੜੀ ਤੇ ਬਹਿ ਗਿਆ ਤੇ ਪੁੱਛਿਆ, ਕੀ ਗੱਲ ਹੋਈ, ਕੌਣ ਗੁਜ਼ਰ ਗਿਆ ਹੈ ਭਾਊ? ਫੂੜੀ ਤੇ ਬੈਠੇ ਬੰਦਿਆਂ ਨੇ ਕਿਹਾ, ਜੀ ਸਾਡਾ ਭਰਾ ਸੀ ਵੱਡਾ, ਗੁਜ਼ਰ ਗਿਆ ਪਰਸੋਂ। ਉਸ ਰਾਹੀ ਨੇ ਪੁੱਛਿਆ, ਬਿਮਾਰ ਠਮਾਰ ਸੀ? ਨਹੀਂ ਜੀ, ਬਿਮਾਰ ਵੀ ਏਡਾ ਕੋਈ ਨਹੀਂ ਹੋਇਆ। ਉਸਨੇ ਫਿਰ ਪੁੱਛਿਆ,
ਕੋਈ ਲੜਾਈ ਪੜਾਈ ਹੋ ਗਈ ਸੀ? ਨਹੀਂ ਜੀ, ਉਹ ਵਿਚਾਰਾ ਤੇ ਭਲਾ ਮਾਨਸੀ ਬੜਾ ਸੀ। ਕੋਈ ਨਸ਼ਾ ਪੱਤਾ ਕਰਦਾ ਸੀ? ਕਿਉਂਕਿ ਮਰ ਜਾਣ ਦੇ ਤਾਂ ਇਹੀ ਕਾਰਨ ਹੁੰਦੇ ਹਨ। ਪਿੰਡ ਵਾਲਿਆਂ ਨੇ ਕਿਹਾ, ਨਾ ਜੀ ਨਾ ਮੀਟ ਨਾ ਸ਼ਰਾਬ, ਨਸ਼ਾ ਤੇ ਵਿਚਾਰਾ ਕੋਈ ਕਰਦਾ ਹੀ ਨਹੀਂ ਸੀ। ਉਹ ਰਾਹੀ ਪਰਨਾ ਮੋਢੇ ਤੇ ਸੁੱਟ ਕੇ ਉੱਠਿਆ ਤੇ ਤੁਰਦਾ ਜਾਂਦਾ ਕਹਿਣ ਲੱਗਾ, ਮਰਿਆ ਤੇ ਫਿਰ ਚਰੋਕਣਾ ਹੀ ਸੀ। ਅੱਜ ਤੇ ਅਫਸੋਸ ਹੀ ਕਰਨ ਡਏ ਹੋਏ ਕਿ ਜਵਾਈਆਂ ਭਾਈਆਂ ਤੇ ਨਿੱਘਦੇ ਸਾਕਾਂ ਦੇ ਆਉਣ ਦੇ ਘਰ ਵਿੱਚ ਮਾਸ ਵੀ ਰਿੱਝਦਾ ਤੇ ਸ਼ਰਾਬ ਵੀ ਉੱਡਦੀ ਹੈ। ਪੰਜਾਬ ਦਾ ਸਾਰਾ ਸਮਾਜ ਇੱਕ ਤਰ੍ਹਾਂ ਨਾਲ ਮਿਲ ਗੋਭਾ ਜਿਹਾ ਬਣ ਗਿਆ ਹੈ। ਕਈ ਥਾਈਂ ਤਾਂ ਰਾਧਾ ਸੁਆਮੀ ਵੀ ਰਿਸ਼ਤੇਦਾਰਾਂ ਦੇ ਪ੍ਰਭਾਵ ਵਿੱਚ ਆ ਕੇ ਪੀਣ ਲੱਗ ਪੈਂਦੇ ਹਨ ਤੇ ਕਿਤੇ ਪੀਣ ਵਾਲੇ ਰਾਧਾ ਸੁਆਮੀਆਂ ਦੇ ਪ੍ਰਭਾਵ ਥੱਲੇ ਆ ਕੇ ਰਾਧਾ ਸੁਆਮੀ ਬਣ ਜਾਂਦੇ ਹਨ। ਪਰ ਇਹ ਗਿਣਤੀ ਐਵੇਂ ਕੁਝ ਫੀਸਦੀ ਤੋਂ ਵੱਧ ਨਹੀਂ ਹੁੰਦੀ। ਅੱਜ ਪੰਜਾਬ ਦੇ ਛੋਟੇ ਤੋਂ ਛੋਟੇ ਕਸਬੇ ਵਿੱਚ ਵੀ ਰਾਧਾ ਸੁਆਮੀ ਡੇਰਾ ਸਥਾਪਿਤ ਹੋ ਚੁੱਕਾ ਹੈ ਤੇ ਪੂਰਾ ਪੰਜਾਬ ਉਹਨਾਂ ਨੇ ਰਾਧਾ ਸੁਆਮੀ ਡੇਰਿਆਂ ਨਾਲ ਢੱਕ ਲਿਆ ਹੈ। ਇਸ ਪਿੱਛੇ ਕਿੱਡਾ ਵੱਡਾ ਜਾਲ ਹੈ, ਇਸ ਤੇ ਵੀ ਵਿਚਾਰ ਕਰਦੇ ਹਨ। ਲੋਕ ਰਾਧਾ ਸੁਆਮੀਆਂ ਵੱਲ ਕਿਵੇਂ ਖਿੱਚੇ ਜਾਂਦੇ ਹਨ, ਇਹ ਵੀ ਵਿਚਾਰਨ ਵਾਲੀ ਗੱਲ ਹੈ। 1997-98 ਦੀ ਗੱਲ ਹੈ ਕਿ ਇੱਟਾਂ ਦੇ ਭਾਅ ਬਹੁਤ ਵੱਧ ਗਏ ਸਨ ਤੇ ਚੰਗੀ ਇੱਟ ਮਿਲਦੀ ਵੀ ਘੱਟ ਹੀ ਸੀ। ਮੇਰਾ ਧੰਦਾ ਵੀ ਮਕਾਨ ਬਣਾਉਣ ਨਾਲ ਸੰਬੰਧਿਤ ਹੈ। ਇਸ ਲਈ ਜਿਵੇਂ ਅਰਬ ਦੇਸ਼ਾਂ ਵਿੱਚ ਸੀਮੈਂਟ ਦੇ ਤੰਬੂਕਾਂ ਨਾਲ ਉਸਾਰੀ ਕਰਦੇ ਹਨ, ਮੈਂ ਵੀ ਇਸੇ ਤਰ੍ਹਾਂ ਦੇ ਤੰਬੂਕ ਬਣਾਉਣਾ ਚਾਹੁੰਦਾ ਸਾਂ। ਪਰ ਇਹ ਜਾਣਕਾਰੀ ਕਿੱਥੋਂ ਮਿਲੇ, ਇਹ ਇੱਕ ਸਮੱਸਿਆ ਸੀ। ਮੈਨੂੰ ਇੱਕ ਰਾਧਾ ਸੁਆਮੀ ਨੇ ਦੱਸਿਆ ਕਿ ਬਿਆਸ ਡੇਰੇ ਦੀ ਆਪਣੀ ਤੰਬੂਕ ਬਣਾਉਣ ਦੀ ਫੈਕਟਰੀ ਹੈ ਤੇ ਉੱਥੇ ਇਕੱਲੇ ਤੰਬੂਕ ਹੀ ਨਹੀਂ ਬਣਦੇ, ਇਮਾਰਤ ਸਾਜੀ ਦਾ ਹੋਰ ਵੀ ਹਰ ਤਰ੍ਹਾਂ ਦਾ ਸਮਾਨ ਤਿਆਰ ਹੁੰਦਾ ਹੈ। ਸੀਮੈਂਟ ਦੀਆਂ ਚਾਦਰਾਂ ਤੋਂ ਲੈ ਕੇ ਜਾਲੀਆਂ, ਆਰਜੀ ਪਿੱਲਰ, ਸਨੋਸਮ, ਅਨੈਮਲ ਪੇਂਟ ਤੇ ਗੱਲ ਕਿ ਉਹ ਸਭ ਕੁਝ ਹੀ ਬਣਦਾ ਹੈ ਜੋ ਮਕਾਨ ਬਣਾਉਣ ਲਈ ਵਰਤੋਂ ਵਿੱਚ ਆਉਂਦਾ ਹੈ। ਦੋ ਰਾਧਾ ਸੁਆਮੀ ਜੋ ਉਸ ਡੇਰੇ ਦੇ ਖਾਸ ਵਿਅਕਤੀ ਸਨ, ਮੈਨੂੰ ਡੇਰੇ ਤੇ ਲੈ ਗਏ। ਪਹਿਲਾਂ ਮੈਂ ਕਦੇ ਉੱਥੇ ਨਹੀਂ ਸੀ ਗਿਆ। ਮੇਰੇ ਕੋਲ ਸੈਲੋ ਡਿਵਾਈਸ ਕਾਰ ਸੀ ਜਿਸ ਦੇ ਅੱਗੇ ਨੰਬਰ ਪਲੇਟ ਤੇ ਛੋਟੇ-ਛੋਟੇ ਅੱਖਰਾਂ ਵਿੱਚ ਚੇਅਰਮੈਨ ਵਰਲਡ ਸਿੱਖ ਕੌਂਸਲ ਲਿਖਿਆ ਹੋਇਆ ਸੀ। ਭਾਵੇਂ ਇਹ ਲਿਖਵਾਉਣ ਦਾ ਹੋਰ ਕੋਈ ਫਾਇਦਾ ਤਾਂ ਨਹੀਂ, ਪਰ ਚੰਡੀਗੜ੍ਹ ਵਗੈਰਾ ਜਾਈਏ ਤਾਂ ਮਾਮੂਲੀ ਜਿਹਾ ਫਰਕ ਪੈ ਜਾਂਦਾ ਹੈ ਤੇ ਟ੍ਰੈਫਿਕ ਵਾਲੇ ਜ਼ਰਾ ਘੱਟ ਪਰੇਸ਼ਾਨ ਕਰਦੇ ਹਨ ਜਾਂ ਪੈਸੇ ਲੈਣ ਦੀ ਆਸ ਛੱਡ ਕੇ ਜਾ ਲੈਣ ਦਿੰਦੇ ਹਨ। ਜਦੋਂ ਕਾਰ ਗੇਟ ਦੇ ਅੱਗੇ ਜਾ ਕੇ ਰੁਕੀ ਤਾਂ ਅੰਦਰ ਦਾ ਦ੍ਰਿਸ਼ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਯੂਨੀਵਰਸਿਟੀ ਜਾਂ ਪੁਰਾਣੇ ਰਾਜੇ ਮਹਾਰਾਜਿਆਂ ਦਾ ਮਹੱਲ ਹੋਵੇ। ਜੀਟੀ ਰੋਡ ਤੋਂ ਲੈ ਕੇ ਚੌੜੀ ਤੇ ਸਾਫ਼ ਸੁਥਰੀ ਸੜਕ ਡੇਰੇ ਵੱਲ ਜਾਂਦੀ ਹੈ ਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਬਿਆਸ ਸ਼ਹਿਰ ਜੀਟੀ ਰੋਡ ਤੇ ਨਹੀਂ, ਇੱਧਰ ਵਸਿਆ ਹੋਇਆ ਹੈ। ਕਾਰ ਰੁਕੀ ਵੇਖ ਕੇ ਡੇਰੇ ਦੇ ਇੱਕ ਬੰਦੇ ਨੇ ਝੱਟ ਆ ਕੇ ਦਰਵਾਜ਼ਾ ਖੋਲ੍ਹਿਆ ਤੇ ਬੜੇ ਸਲੀਕੇ ਨਾਲ ਫਤਿਹ ਬੁਲਾ ਕੇ ਗੱਲਾਂ ਕਰਨ ਲੱਗ ਪਿਆ। ਬਸ ਥੋੜੀ ਦੇਰ ਪਿੱਛੋਂ ਹੀ ਇੱਕ ਜਿਪਸੀ ਗੱਡੀ ਆ ਕੇ ਸਾਡੀ ਗੱਡੀ ਦੇ ਅੱਗੇ ਲੱਗ ਗਈ, ਜਿਵੇਂ ਕਿਸੇ ਨੂੰ ਐਸਕਾਰਟ ਕਰਕੇ ਲਿਜਾਣਾ ਹੋਵੇ। ਸੁਭਾਅ ਅਨੁਸਾਰ ਮੈਨੂੰ ਇਹ ਬੜਾ ਖਲਜਗਣ ਜਿਹਾ ਲੱਗਾ। ਅੱਗੇ ਜਾ ਕੇ ਜਦੋਂ ਗੱਡੀ ਖਿਲਾਰ ਕੇ ਮੈਂ ਨਿਗਾਹ ਮਾਰੀ ਤਾਂ ਮੈਟਲ ਡਿਟੈਕਟਰ ਦਾ ਦਰਵਾਜ਼ਾ ਜਿਹਾ ਬਣਿਆ ਹੋਇਆ ਨਜ਼ਰ ਆਇਆ। ਮੈਂ ਨਾ ਤਾਂ ਕਿਰਪਾਨ ਹੀ ਲਾਉਣੀ ਸੀ ਤੇ ਨਾ ਹੀ ਮੇਰਾ ਕਿਸੇ ਨਾਲ ਉਲਝਣ ਦਾ ਵਿਚਾਰ ਸੀ। ਇਸ ਲਈ ਮੈਂ ਆਪਣਾ ਇਰਾਦਾ ਇੱਕ ਤਰ੍ਹਾਂ ਨਾਲ ਬਦਲ ਹੀ ਲਿਆ ਤੇ ਕਾਰ ਦੇ ਦਰਵਾਜ਼ੇ ਕੋਲ ਖਲੋਤੇ ਬੰਦੇ ਨੂੰ ਕਿਹਾ, ਚਲੋ ਫੇਰ ਕਦੇ ਸਹੀ। ਉਹ ਕਹਿਣ ਲੱਗਾ, ਜੀ ਕੀ ਗੱਲ, ਕੋਈ ਪਰੇਸ਼ਾਨੀ ਹੈ? ਮੈਂ ਕਿਹਾ, ਮੈਂ ਕਿਰਪਾਨ ਪਾਈ ਹੋਈ ਹੈ, ਇੱਕ ਮੇਰੇ ਕੋਲ ਰਿਵਾਲਵਰ ਵੀ ਹੈ। ਤੁਹਾਡਾ ਪ੍ਰਬੰਧ ਬੜੀ ਤਕੜੀ ਸੁਰੱਖਿਆ ਸਿਕਿਉਰਿਟੀ ਜਿਹੀ ਦਾ ਲੱਗ ਰਿਹਾ ਹੈ, ਨਾਲੇ ਕੋਈ ਏਡਾ ਜ਼ਰੂਰੀ ਵੀ ਨਹੀਂ। ਮੈਂ ਤਾਂ ਤੁਹਾਡਾ ਤੰਬੂਕ ਬਣਾਉਣ ਵਾਲਾ ਢਾਂਚਾ ਹੀ ਵੇਖਣਾ ਸੀ, ਪਤਾ ਨਹੀਂ ਉਹ ਵੀ ਤੁਸੀਂ ਕਿਸੇ ਬਾਹਰਲੇ ਨੂੰ ਵਿਖਾਉਂਦੇ ਹੋ ਕਿ ਨਹੀਂ। ਉਹ ਬੰਦਾ ਤੇ ਉਸ ਨਾਲ ਖਲੋਤੇ ਹੋਰ 4-5 ਸੇਵਾਦਾਰ ਇਕੱਠੇ ਹੀ ਬੋਲ ਪਏ, ਨਹੀਂ ਜੀ, ਤੁਹਾਨੂੰ ਸਭ ਕੁਝ ਵਿਖਾ ਦੇਵਾਂਗੇ। ਬਿਲਕੁਲ ਐਸੀ ਕੋਈ ਗੱਲ ਨਹੀਂ। ਕਿਰਪਾਨ ਤਾਂ ਸਾਡੇ ਡੇਰੇ ਦੇ ਅੰਦਰ ਵੀ ਲੋਕ ਪਾਈ ਫਿਰਦੇ ਨੇ। ਕਿਰਪਾਨ ਨੂੰ ਇੱਥੇ ਬਿਲਕੁਲ ਨਹੀਂ ਰੋਕਿਆ ਜਾਂਦਾ। ਰਹੀ ਰਿਵਾਲਵਰ ਦੀ ਗੱਲ ਤਾਂ ਆਪ ਜੀ ਇੱਕ ਵਾਰ ਆ ਕੇ ਸਾਡਾ ਪ੍ਰਬੰਧ ਵੇਖ ਲਓ। ਜੇ ਆਪ ਨੂੰ ਪਸੰਦ ਨਾ ਆਵੇ ਤਦ ਵੱਖਰੀ ਗੱਲ ਹੈ। ਉਹਨਾਂ ਦੇ ਬਹੁਤ ਕਹਿਣ ਤੇ ਮੈਂ ਅੰਦਰ ਜਾ ਕੇ ਵੇਖਿਆ ਤਾਂ ਉਹਨਾਂ ਨੇ ਇੱਕ ਵੱਡੀ ਸਾਰੀ ਅਲਮਾਰੀ ਤੇ ਇੱਕ ਲੈਜ਼ਰਨੁਮਾ ਰਜਿਸਟਰ ਰੱਖਿਆ ਹੋਇਆ। ਉਹਨਾਂ ਮੈਨੂੰ ਸਭ ਕੁਝ ਸਮਝਾਇਆ ਕਿ ਕਿਵੇਂ ਰਿਵਾਲਵਰ ਨੂੰ ਇਸ ਰਜਿਸਟਰ ਵਿੱਚ ਦਰਜ ਕਰਕੇ ਤੁਹਾਨੂੰ ਰਸੀਦ ਦੇਵਾਂਗੇ ਤੇ ਰਿਵਾਲਵਰ ਉਸ ਅਲਮਾਰੀ ਵਿੱਚ ਸੇਫ ਪਿਆ ਰਹੇਗਾ, ਵਾਪਸ ਆਉਂਦੇ ਲੈ ਜਾਣਾ। ਮੈਨੂੰ ਇਸ ਤਰ੍ਹਾਂ ਖਾਸ ਇਤਰਾਜ਼ ਵੀ ਨਹੀਂ ਸੀ। ਸੋ ਸਭ ਕੁਝ ਕਰ ਕਰਾ ਕੇ ਅੰਦਰ ਚਲੇ ਗਏ। ਸਸਤੀਆਂ ਦੁਕਾਨਾਂ ਤੇ ਕੋਕਾ ਕੋਲਾ ਸ਼ਾਇਦ
4.5 ਰੁਪਏ ਦਾ। ਫਰੂਟੀ ਵੀ ਇੰਨੇ ਕੁ ਦੀ ਸੀ। ਦੁੱਧ ਆਦਿ ਸਭ ਕੁਝ ਬਗੈਰ ਟੈਕਸੋਂ ਬਹੁਤ ਸਸਤਾ ਸੀ ਤੇ ਇੱਥੋਂ ਤੱਕ ਕਿ ਲੋਕ ਘਰਾਂ ਨੂੰ ਵੀ ਲਈ ਜਾਂਦੇ ਸਨ। ਰੋਟੀ ਦੀ ਛੁੱਟੀ ਦਾ ਸਮਾਂ ਸੀ ਤੇ ਤੰਬੂਕ ਬਣਾਉਣ ਵਾਲਾ ਕਾਰਖਾਨਾ ਬੰਦ ਸੀ। ਸਮਾਂ ਕੱਟਣ ਲਈ ਮੈਂ ਲਾਇਬ੍ਰੇਰੀ ਦੇ ਬਾਹਰ ਤੁਰ ਫਿਰ ਕੇ ਸ਼ੀਸ਼ੇ ਵਿੱਚ ਲੱਗੀਆਂ ਕਿਤਾਬਾਂ ਵੇਖਣ ਲੱਗ ਪਿਆ। ਵਿਸ਼ਵ ਸਿੱਖ ਕੌਂਸਲ ਦਾ ਚੇਅਰਮੈਨ ਬਣਨ ਤੋਂ ਪਹਿਲਾਂ ਮੈਂ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਰਹਿ ਚੁੱਕਾ ਸਾਂ। ਉਹ ਵੀ ਉਹਨਾਂ ਸਾਲਾਂ ਵਿੱਚ ਜਦੋਂ ਬਾਦਲ ਦਲ ਦਾ ਕਿਸੇ ਹੋਰ ਅਕਾਲੀ ਦਲ ਦੀ ਕੋਈ ਹੋਂਦ ਨਹੀਂ ਸੀ। ਬਾਅਦ ਵਿੱਚ ਬਾਦਲ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਸੀਨੀਅਰ ਮੀਤ ਪ੍ਰਧਾਨ ਤੇ ਸੁਰਜੀਤ ਸਿੰਘ ਬਰਨਾਲੇ ਦੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਤੌਰ ਜਨਰਲ ਸਕੱਤਰ ਕੰਮ ਕਰਦੇ ਰਹੇ ਸਨ। ਉਹਨਾਂ ਸਾਲਾਂ ਵਿੱਚ ਹਰ ਵੇਲੇ ਸਾਡੇ ਆਲੇ ਦੁਆਲੇ ਮੌਤ ਦਾ ਖਤਰਾ ਮੰਡਰਾਉਂਦਾ ਰਹਿੰਦਾ ਸੀ। ਸਾਡੀ ਵਰਕਿੰਗ ਕਮੇਟੀ ਦੇ ਮੈਂਬਰ ਸਰਦਾਰ ਬਲਦੇਵ ਸਿੰਘ ਘੁੰਮਣ ਪੁਲਿਸ ਕੈਟਾਂ ਦੀ ਗੋਲੀ ਨਾਲ ਮਾਰੇ ਜਾ ਚੁੱਕੇ ਸਨ। ਜਲੰਧਰ ਸ਼ਹਿਰੀ ਦੇ ਪ੍ਰਧਾਨ ਮਾਸਟਰ ਅਮਰੀਕ ਸਿੰਘ ਦੇ ਗੋਲੀ ਮਾਰੀ ਗਈ ਪਰ ਉਹ ਬਚ ਗਏ। ਕੁਝ ਦਿਨਾਂ ਬਾਅਦ ਕਪੂਰਥਲੇ ਜ਼ਿਲ੍ਹੇ ਵਿੱਚ ਸਰਦਾਰ ਆਤਮਾ ਸਿੰਘ ਸਾਬਕਾ ਵਿਕਾਸ ਮੰਤਰੀ ਦੇ ਘਰ ਗੋਲੀ ਚਲਾ ਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਗੋਲੀ ਉਹਨਾਂ ਦੇ ਸਿਰ ਵਿੱਚ ਮਾਰੀ ਗਈ ਸੀ। ਉਹਨਾਂ ਨੇ ਕੁਦਰਤੀ ਹੀ ਮੂੰਹ ਉਤਾਂਹ ਨੂੰ ਚੁੱਕਿਆ ਤਾਂ ਗੋਲੀ ਜਬਾੜੇ ਨੂੰ ਚੀਰਦੀ ਹੋਈ ਲੰਘ ਗਈ। ਇਸ ਤਰ੍ਹਾਂ ਚੌਕੰਨੇ ਹੋ ਕੇ ਤੁਰਨ ਤੇ ਹਰ ਵੇਲੇ ਅੱਗਾ ਪਿੱਛਾ ਵੇਖ ਕੇ ਤੁਰਨ ਦੀ ਸਾਨੂੰ ਆਦਤ ਇਸ ਤਰ੍ਹਾਂ ਲੱਗਾ ਪਿੱਛਾ ਕਰ ਰਿਹਾ ਹੋਵੇ। ਆਪਣੇ ਨਾਲ ਦੇ ਦੋ ਰਾਧਾ ਸਵਾਮੀਆਂ ਨੂੰ ਮੈਂ ਇਹ ਖਦਸ਼ਾ ਦੱਸਿਆ ਤਾਂ ਉਹ ਹੱਸ ਪਏ ਤੇ ਕਹਿਣ ਲੱਗੇ, ਨਹੀਂ ਜੀ, ਇਹ ਰੱਬ ਦਾ ਘਰ ਹੈ, ਇੱਥੇ ਇਦਾਂ ਦੀ ਕੋਈ ਗੱਲ ਨਹੀਂ। ਪਰ ਕੁਝ ਚਿਰ ਬਾਅਦ ਮੇਰਾ ਸ਼ੱਕ ਪੱਕਾ ਹੋ ਗਿਆ ਤਾਂ ਮੈਂ ਦੂਰ ਖਲੋਤੇ ਇੱਕ ਬੰਦੇ ਨੂੰ ਹੱਥ ਦਾ ਇਸ਼ਾਰਾ ਕਰਕੇ ਆਪਣੇ ਕੋਲ ਸੱਦਿਆ ਤੇ ਉਹਨੂੰ ਕਿਹਾ, ਮੈਂ ਤਾਂ ਤੁਹਾਡੇ ਬੰਦਿਆਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਅੰਦਰ ਨਹੀਂ ਜਾਂਦਾ, ਪਰ ਤੁਸਾਂ ਲੋਕਾਂ ਨੇ ਆਪ ਹੀ ਕਿਹਾ ਆਓ ਆਓ, ਹੁਣ ਇਹ ਦੱਸੋ ਵੀ ਮੈਂ ਤੁਹਾਡਾ ਕੁਝ ਚੁੱਕ ਕੇ ਲੈ ਜਾਣਾ ਹੈ। ਤੁਸੀਂ ਉਦੋਂ ਤੋਂ ਬਰਾਬਰ ਮੇਰਾ ਪਿੱਛਾ ਕਰ ਰਹੇ ਹੋ। ਉਸ ਬੰਦੇ ਨੇ ਦੂਰ ਦੂਰ ਖਲੋਤੇ ਚਾਰੇ ਪਾਸਿਆਂ ਦੇ ਬੰਦਿਆਂ ਨੂੰ ਵੀ ਬੁਲਾ ਲਿਆ ਤੇ ਹੱਸ ਕੇ ਕਹਿਣ ਲੱਗਾ, ਜੀ ਗੁੱਸਾ ਨਾ ਕਰੋ, ਅਸੀਂ ਨੌਜਵਾਨੇ ਤੁਹਾਡੀ ਹਿਫਾਜ਼ਤ ਲਈ ਡਿਊਟੀ ਤੇ ਹਾਂ, ਕਿਉਂਕਿ ਅਸਾਂ ਤੁਹਾਡਾ ਹਥਿਆਰ ਵਾਲਿਆ ਹੈ। ਹੁਣ ਤੁਹਾਡੀ ਹਿਫਾਜ਼ਤ ਦੀ ਜ਼ਿੰਮੇਵਾਰੀ ਸਾਡੀ ਹੀ ਬਣਦੀ ਹੈ ਨਾ। ਜਦੋਂ ਅਸਾਂ ਵੇਖਿਆ ਕਿ ਤੁਹਾਡਾ ਰਿਵਾਲਵਰ ਪਾਬੰਦੀਸ਼ੁਦਾ ਬੋਰ ਦਾ ਹੈ ਤਾਂ ਸਾਡੇ ਚੀਫ ਸਿਕਿਉਰਿਟੀ ਕਮਾਂਡਰ ਨੇ 6 ਬੰਦੇ ਹੋਰ ਡਿਊਟੀ ਤੇ ਭੇਜ ਦਿੱਤੇ, ਨਹੀਂ ਤਾਂ ਪਹਿਲਾਂ ਤਾਂ ਅਸੀਂ 3 ਜਣੇ ਹੀ ਸਾਂ। ਉਹਨਾਂ ਮੈਨੂੰ ਇਹ ਵੀ ਦੱਸਿਆ ਕਿ ਰਾਜ ਕ੍ਰਿਸ਼ਨ ਬੇਦੀ ਜਿਹੜੇ ਖੰਨੇ ਪੁਲਿਸ ਜ਼ਿਲ੍ਹੇ ਦੇ SSP ਰਹਿ ਚੁੱਕੇ ਹਨ, ਰਿਟਾਇਰ ਹੋ ਕੇ ਇੱਥੇ ਚੀਫ ਸਿਕਿਉਰਿਟੀ ਕਮਾਂਡਰ ਹਨ। ਬੇਦੀ ਸਾਹਿਬ ਤਾਂ ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ, ਕਿਉਂਕਿ ਜਲੰਧਰ ਉਹ SPD ਸਨ ਤੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਕਈ ਵਾਰ ਫੜ ਕੇ ਲਿਆਂਦੇ ਖਾੜਕੂ ਛਡਵਾਉਣ ਲਈ ਉਹਨਾਂ ਨੂੰ ਮਿਲਣਾ ਪੈਂਦਾ ਸੀ। ਉਹਨਾਂ ਦਾ ਆਪਣਾ ਜਵਾਨ ਲੜਕਾ ਵੀ ਖਾੜਕੂਆਂ ਨੇ ਮਾਰ ਦਿੱਤਾ ਸੀ। ਇਸੇ ਲਈ ਹੀ ਇਸ ਤਰ੍ਹਾਂ ਦੇ ਫੱਟ ਖਾਦੇ ਅਫਸਰਾਂ ਨੂੰ ਸਰਕਾਰ ਨੇ ਚੁਣ ਚੁਣ ਕੇ ਜ਼ਿਲ੍ਹਿਆਂ ਵਿੱਚ ਲਾਇਆ ਸੀ ਤਾਂ ਕਿ ਇਹ ਖਾੜਕੂਆਂ ਨਾਲ ਦੁਸ਼ਮਣਾ ਵਰਗਾ ਵਿਹਾਰ ਕਰਨ, ਬਲਕਿ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਹੀ ਦੇਣ। ਬੇਦੀ ਸਾਹਿਬ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੇ ਹਨ ਤੇ ਆਪਣੇ ਆਪ ਨੂੰ ਗੁਰੂ ਨਾਨਕ ਜੀ ਦੇ ਵੰਸ਼ ਵਿੱਚੋਂ ਦੱਸਦੇ ਹਨ ਤੇ ਮੂੰਹ ਦੇ ਬਹੁਤ ਮਿੱਠੇ ਹਨ, ਪਰ ਕਹਿੰਦੇ ਹਨ ਕਿ ਸ਼ੱਕ ਵਿੱਚ ਫੜ ਕੇ ਲਿਆਂਦੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਲੱਗਿਆਂ ਉਹਨਾਂ ਨੇ ਵੀ ਘੱਟ ਨਹੀਂ ਕੀਤੀ। ਇਸੇ ਲਈ ਹੀ ਬਾਅਦ ਵਿੱਚ ਉਹਨਾਂ ਨੂੰ ਤਰੱਕੀ ਦੇ ਕੇ ਨਵੇਂ ਬਣੇ ਪੁਲਿਸ ਜ਼ਿਲ੍ਹੇ ਦਾ SSP ਲਾ ਦਿੱਤਾ ਗਿਆ ਸੀ। ਜਦੋਂ ਅਸਾਂ ਫਿਰ ਤੁਰ ਕੇ ਸਾਰਾ ਡੇਰਾ ਵੇਖ ਲਿਆ ਤਾਂ ਉਹਨਾਂ ਵਿੱਚੋਂ ਇੱਕ ਨੇ ਕਿਹਾ, ਜੀ ਹੁਣ ਪ੍ਰਸ਼ਾਦਾ ਛਕ ਲਓ, ਬਸ ਆ ਨਾਲ ਹੀ ਮੈਸ ਹੈ, ਤੁਹਾਡੇ ਖਾਣੇ ਵਾਸਤੇ ਪਰਚੀਆਂ VIP ਵਿਭਾਗ ਵਿੱਚੋਂ ਆ ਗਈਆਂ ਹਨ। ਮੈਨੂੰ ਇਹ ਸਭ ਕੁਝ ਵੇਖ ਵੇਖ ਕੇ ਸੁਣ ਕੇ ਹੈਰਾਨੀ ਹੋ ਰਹੀ ਸੀ। ਹੱਦ ਹੋ ਗਈ, ਇਸ ਤਰ੍ਹਾਂ ਦੇ ਪ੍ਰੇਮ ਪੂਰਵਕ ਵਿਹਾਰ ਨਾਲ ਕੋਈ ਸਿੱਖ ਕਿਵੇਂ ਨਾ ਰਾਧਾ ਸਵਾਮੀਆਂ ਵੱਲ ਖਿੱਚਿਆ ਜਾਵੇਗਾ। ਸੁੰਦਰਤਾ ਉਹ ਜਿਹਦੀ ਸੌਂਕਣ ਵੀ ਤਾਰੀਫ ਕਰੇ। ਮੇਰਾ ਆਪਣਾ ਭਾਈਚਾਰਾ ਕਿਸੇ ਵੱਡੇ ਤੋਂ ਵੱਡੇ ਅਹੁਦੇਦਾਰ ਨੂੰ ਵੀ ਟਕੇ ਸੇਰ ਨਹੀਂ ਪੁੱਛਦਾ, ਪਰ ਇਹ ਕਿੰਨਾ ਮਾਣ ਸਤਿਕਾਰ ਦੇ ਰਹੇ ਹਨ। ਫਿਰ ਮੈਂ ਕੰਮ ਤਾਂ ਆਪਣੇ ਆਇਆ ਹਾਂ, ਇਹਨਾਂ ਨੇ ਮੇਰੇ ਕੋਲੋਂ ਕੀ ਲੈਣਾ ਹੈ। ਇੱਕ ਵੱਡੇ ਸਾਰੇ ਸ਼ੈੱਡ ਵਿੱਚ ਸਟੀਲ ਦੇ ਮੇਜ਼ ਲੱਗੇ ਹੋਏ ਸਨ, ਸਜੀਆਂ ਸਜਾਈਆਂ ਥਾਲੀਆਂ ਹਰ ਬੰਦੇ ਅੱਗੇ ਆ ਜਾਂਦੀਆਂ। ਕਈ ਤਰ੍ਹਾਂ ਦੇ ਲੰਗਰ ਹਨ। ਸਿੱਖਾਂ ਵਾਂਗ ਲੰਗਰ ਮੁਫਤ ਨਹੀਂ, ਪੈਸੇ ਲੈ ਕੇ ਹੈ। ਥਾਲੀਏ ਦੇ ਹਿਸਾਬ ਨਾਲ ਪੈਸੇ ਲੈਂਦੇ ਹਨ। 5 ਜਾਂ 7 ਰੁਪਏ ਥਾਲੀ, 20 ਰੁਪਏ ਕੰਟੀਨੈਂਟਲ ਫੂਡ ਦੀ ਥਾਲੀ ਹੈ। ਰੋਟੀਆਂ ਪਕਾਉਣ ਵਾਲਾ ਕੋਈ ਨਹੀਂ, ਮਸ਼ੀਨ ਨਾਲ ਰੋਟੀਆਂ ਪੱਕਦੀਆਂ ਹਨ ਤੇ ਵੱਡੇ ਵੱਡੇ ਬਿਜਲੀ ਦੇ ਪਤੀਲਿਆਂ ਵਿੱਚ
ਸਬਜ਼ੀਆਂ ਬਣਦੀਆਂ ਹਨ। ਇਹ ਬੰਦ ਪਤੀਲੇ ਉਦੋਂ ਖੁੱਲ੍ਹਦੇ ਹਨ ਜਦੋਂ ਸਬਜ਼ੀ ਤਿਆਰ ਹੋ ਜਾਂਦੀ। ਬਣਦੀ ਚੀਜ਼ ਨੂੰ ਕਿਤੇ ਨੰਗਾ ਹੱਥ ਨਹੀਂ ਲੱਗਦਾ। ਬੜੇ ਸਾਫ਼ ਸੁਥਰੇ ਤਰੀਕੇ ਨਾਲ ਖਾਣਾ ਤਿਆਰ ਹੁੰਦਾ ਹੈ। ਇੱਕ ਚੀਜ਼ ਮੈਂ ਉਚੇਚੇ ਤੌਰ ਤੇ ਇਹ ਵੇਖੀ ਕਿ ਹਰ ਕੋਈ ਆਪਣੇ ਧਿਆਨ ਰੋਟੀ ਖਾਈ ਜਾਂਦਾ ਹੈ ਤੇ ਵਰਤਾਵੇ ਵਰਤਾਈ ਜਾਂਦੇ ਹਨ। ਮੈਨੂੰ ਉੱਥੇ ਹੀ ਕਿਸੇ ਨੇ ਦੱਸਿਆ ਕਿ ਭੰਡਾਰੇ ਦੇ ਦਿਨਾਂ ਵਿੱਚ 10 ਲੱਖ ਬੰਦਾ ਥਾਲੀਆਂ, ਗਲਾਸਾਂ ਤੇ ਕੌਲੀਆਂ ਨਾਲ ਇੱਕੋ ਵਾਰ ਪੰਗਤ ਲਾ ਕੇ ਰੋਟੀ ਖਾ ਸਕਦਾ ਹੈ। ਵਰਤਾਵਿਆਂ ਦਾ ਨੈਟਵਰਕ ਇੰਨਾ ਮਿਣਿਆ ਤੁਲਿਆ ਤੇ ਵਿਗਿਆਨਕ ਢੰਗ ਨਾਲ ਚੱਲਦਾ ਹੈ ਕਿ ਲੋਕ ਦੰਗ ਰਹਿ ਜਾਂਦੇ ਹਨ। ਜਿੱਧਰ ਲੋੜ ਹੋਵੇ ਵਰਤਾਵਿਆਂ ਨੂੰ ਉੱਧਰ ਜਾਣ ਦਾ ਹੁਕਮ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਹਰ ਬੰਦੇ ਦੀ ਲੋੜ ਪੂਰੀ ਹੋ ਜਾਂਦੀ ਹੈ। ਵੈਸੇ ਪੈਸਿਆਂ ਤੋਂ ਬਿਨਾਂ ਮੁਫਤ ਦਾ ਲੰਗਰ ਵੀ ਹੈ ਜੋ ਕੋਈ ਵੀ ਖਾ ਸਕਦਾ ਹੈ, ਪਰ ਜ਼ਮੀਨ ਤੇ ਬਹਿਣਾ ਪੈਂਦਾ ਹੈ। ਲੋਕ ਰੋਟੀ ਖਾ ਕੇ ਆਪਣੇ ਭਾਂਡੇ ਆਪ ਧੋਣ ਵਾਲੇ ਥਾਂ ਤੇ ਰੱਖ ਕੇ ਆਉਂਦੇ ਹਨ। ਭਾਂਡਾ ਰੱਖਣ ਵੇਲੇ ਮਾੜੀ ਜਿਹੀ ਵੀ ਆਵਾਜ਼ ਨਹੀਂ ਆਉਂਦੀ। ਕਿਸੇ ਭਾਂਡੇ ਨੂੰ ਕਿਤੇ ਚਿੱਬ ਨਹੀਂ ਪਿਆ, ਨਾ ਹੀ ਕਿਸੇ ਦਾ ਕੋਈ ਕੰਢਾ ਵਿੰਗਾ ਹੈ। ਪਰ ਦੂਜੇ ਪਾਸੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਲੰਗਰ ਦੇ ਭਾਂਡੇ, ਕੌਲੇ, ਗਲਾਸ, ਥਾਲੀਆਂ, ਵਿੰਗ, ਤੜਿੰਗੀਆਂ ਤੇ ਚਿੱਬ ਪਏ ਹੋਏ। ਰਾਧਾ ਸੁਆਮੀ ਆਰਾਮ ਨਾਲ ਭਾਂਡਾ ਜ਼ਮੀਨ ਤੇ ਰੱਖਦੇ ਹਨ ਤੇ ਸਾਡੇ ਇੱਥੇ ਸਿਰੋਂ ਹੀ ਸੁੱਟ ਦਿੰਦੇ ਹਨ। ਭਾਂਡੇ ਵਿੰਗੇ ਨਾ ਹੋਣ ਤਾਂ ਹੋਰ ਕੀ ਹੋਵੇ। ਲੰਗਰ ਪਕਾਉਣ ਦਾ ਪ੍ਰਬੰਧ ਵੀ ਸਾਫ਼ ਸੁਥਰਾ ਨਹੀਂ। ਪਕਾਉਣ ਵਾਲਿਆਂ ਦਾ ਪਸੀਨਾ ਚੋਂਦਾ ਤੇ ਆਟਾ ਪੈਰਾਂ ਨੂੰ ਲੱਗਦਾ ਰਹਿੰਦਾ। ਕੁਝ ਰੋਟੀਆਂ ਕੱਚੀਆਂ, ਕੁਝ ਪੱਕੀਆਂ, ਕੁਝ ਸੜੀਆਂ ਹੋਈਆਂ। ਦਾਲ ਕਦੇ ਪਤਲੀ, ਕਦੇ ਪਿੰਨੇ ਵਰਗੀ ਸੰਘਣੀ। ਇਸ ਨੂੰ ਲੰਗਰ ਛਕਾਉਣ ਦਾ ਕੋਈ ਤਰੀਕਾ ਨਹੀਂ ਕਿਹਾ ਜਾ ਸਕਦਾ। ਚਲੋ ਜੇ ਉੱਥੇ 5 ਜਾਂ 7 ਰੁਪਏ ਥਾਲੀ ਲੈਂਦੇ ਹਨ ਤਾਂ ਬੋਲਦੇ ਵੀ ਤਾਂ ਤਮੀਜ਼ ਨਾਲ ਹਨ, ਜੀ ਕਰਦੇ ਫਿਰਦੇ ਹਨ। ਇੱਥੇ ਫੁਲਕਾ ਹੱਥਾਂ ਉੱਤੇ ਏਤਾਂ ਸੁੱਟਦੇ ਹਨ ਜਿਵੇਂ ਕੁੱਤੇ ਨੂੰ ਸੁੱਟੀਦਾ ਹੈ। ਜਦੋਂ ਮੈਂ ਜੇਲ੍ਹ ਵਿੱਚ ਸੀ ਤੇ ਅਸੀਂ ਵਾਰਡ ਵਿੱਚ ਰੋਟੀ 20 ਕਲਾਸ ਬਣਾਉਂਦੇ ਤਾਂ ਵਾਰਡਨਾਂ ਨੂੰ ਵੀ ਛਕਣ ਲਈ ਕਹਿੰਦੇ। ਸਾਡੇ 2 ਅੰਬਰਸਰੀਏ ਭਾਊ ਅੰਮ੍ਰਿਤਸਰ ਗੁਰਦੁਆਰੇ ਦੇ ਗਿੱਝੇ ਹੋਏ ਰੋਟੀ ਉੱਤੋਂ ਹੀ ਸੁੱਟ ਦਿਆ ਕਰਨ। ਕਈ ਵਾਰ ਤੇ ਵਿਚਾਰੇ ਵਾਰਡਨਾਂ ਦੇ ਹੱਥੋਂ ਰੋਟੀ ਡਿੱਗ ਪਿਆ ਕਰੇ। ਜਦੋਂ ਅਸਾਂ ਏਦਾਂ ਸੁੱਟਣ ਵਾਲੇ ਵਰਤਾਵਿਆਂ ਨੂੰ ਕਹਿਣਾ ਕਿ ਰੋਟੀ ਜ਼ਰਾ ਆਰਾਮ ਨਾਲ ਥੱਲੇ ਹੋ ਕੇ ਹੱਥਾਂ ਤੇ ਰੱਖ ਦਿਆ ਕਰੋ ਤਾਂ ਉਹਨਾਂ ਕਹਿਣਾ ਰੋਟੀ ਵਰਤਾਉਂਦੇ ਵਰਤਾਉਂਦੇ ਸਾਰਾ ਟੋਕਰਾ ਹੀ ਜੂਠਾ ਕਰ ਦਈਏ। ਗਲਾਸਾਂ ਵਿੱਚ ਪਾਣੀ ਵੀ ਇਸੇ ਤਰ੍ਹਾਂ ਉੱਤੋਂ ਧਾਰ ਬੰਨ੍ਹ ਕੇ ਪਾਉਂਦੇ ਸਨ। ਇਸ ਤਰ੍ਹਾਂ ਦੀ ਝੂਠ ਦਾ ਭਰਮੀ ਕੀੜਾ ਬ੍ਰਾਹਮਣ ਦਾ ਛੱਡਿਆ ਹੋਇਆ ਹੈ। ਬ੍ਰਾਹਮਣ ਹੀ ਝੂਠ, ਮਿੱਠ ਤੇ ਇਥੋਂ ਤੱਕ ਕਿ ਨੀਵੀਂ ਜਾਤ ਦੇ ਪਰਛਾਵੇਂ ਦਾ ਵੀ ਪਰਹੇਜ਼ ਕਰਦਾ ਹੈ। ਇਹ ਕੀੜਾ ਹੌਲੀ ਹੌਲੀ ਸਿੱਖੀ ਵਿੱਚ ਵੀ ਸ਼ਾਮਲ ਹੋ ਗਿਆ। ਵਾਰਡਨਾਂ ਨੇ ਕੋਈ ਦਿਨ ਹੀ ਰੋਟੀ ਖਾਧੀ, ਫਿਰ ਸਿਰ ਫੇਰ ਦਿਆ ਕਰਨ। ਅਸੀਂ ਉਹਨਾਂ ਨੂੰ ਬਥੇਰਾ ਸਮਝਾਉਂਦੇ ਕਿ ਸਾਡੇ ਹੱਥਾਂ ਤੇ ਵੀ ਇਹ ਇਦਾਂ ਹੀ ਸੁੱਟਦੇ ਹਨ, ਪਰ ਉਹਨਾਂ ਦਾ ਐਸਾ ਜੀ ਖੱਟਾ ਹੋਇਆ ਕਿ ਉਹ ਕਦੇ ਘੱਟ ਹੀ ਰੋਟੀ ਖਾਣ ਲਈ ਮੰਨਦੇ। ਰੋਟੀ ਖਾਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਾਰਖਾਨਾ ਵਿਖਾਇਆ ਜਿੱਥੇ ਸਭ ਕੁਝ ਤਿਆਰ ਹੁੰਦਾ ਹੈ। ਤਬੂਕ ਬਣਾਉਣ ਵਾਲੀ ਮਸ਼ੀਨ ਦੀ ਸਾਰੀ ਵਰਕਿੰਗ ਮਸ਼ੀਨ ਚਲਾ ਕੇ ਸਮਝਾਈ। ਕਿੰਨੇ ਸੀਮਟ, ਬਜਰੀ ਤੇ ਰੇਤ ਨਾਲ ਕਿੰਨੇ ਬਲਾਕ ਬਣਦੇ ਹਨ ਤੇ ਇੱਕ ਬਲਾਕ ਕਿੰਨੇ ਦਾ ਬਣਦਾ ਹੈ, ਸਭ ਦੱਸਿਆ। ਉੱਥੇ ਪ੍ਰਸ਼ਾਦ ਲਈ ਫੁੱਲੀਆਂ ਭੁੰਨਣ ਲਈ ਵੀ ਉਹਨਾਂ ਆਪਣੀ ਹੀ ਭੱਠੀ ਲਾਈ ਹੋਈ ਹੈ। ਕਾਰਖਾਨੇ ਵਿੱਚ ਸੀਮਟ ਦੀਆਂ ਸਿੱਧੀਆਂ ਤੇ ਗੋਲ ਚਾਦਰਾਂ ਵੀ ਬਣਦੀਆਂ ਹਨ। ਪਿੱਲਰ, ਜਾਲੀਆਂ, ਗੱਲ ਕੀ ਹਰ ਕੰਮ ਉੱਥੇ ਜੰਗੀ ਪੱਧਰ ਤੇ ਹੋ ਰਿਹਾ ਹੈ। ਉਹਨਾਂ ਨੇ ਮੈਨੂੰ ਦੱਸਿਆ ਕਿ ਜਿੱਥੇ 1 ਲੱਖ ਬੰਦੇ ਦੇ ਇਕੱਠੇ ਹੋਣ ਦਾ ਅਨੁਮਾਨ ਹੋਵੇ ਉੱਥੇ ਅਸੀਂ 400 ਟੱਟੀਆਂ ਬਣਾਉਂਦੇ ਹਾਂ। ਪਿਸ਼ਾਬ ਕਰਨ ਵਾਸਤੇ ਪ੍ਰਬੰਧ ਇਸ ਤੋਂ ਵੱਖਰਾ ਹੁੰਦਾ ਹੈ ਤਾਂ ਕਿ ਕਿਸੇ ਨੂੰ 1 ਮਿੰਟ ਵੀ ਬਾਹਰ ਨਾ ਖਲੋਣਾ ਪਵੇ ਤੇ 1 ਲੱਖ ਬੰਦੇ ਦੇ ਪ੍ਰਵਚਨ ਸੁਣਨ ਆਦਿ ਦਾ ਪ੍ਰਬੰਧ 6 ਦਿਨਾਂ ਵਿੱਚ ਰੰਗ ਰੋਗਨ ਕਰਕੇ ਬਿਲਕੁਲ ਮੁਕੰਮਲ ਕਰ ਦਿੰਦੇ ਹਾਂ। ਟਰੱਕ ਤੇ ਬਲਡੋਜ਼ਰ ਵਗੈਰਾ ਸਾਡੇ ਆਪਣੇ ਹਨ। ਫਿਟਿੰਗ ਦਾ ਕੰਮ ਸੇਵਾਦਾਰ ਬਗੈਰ ਕਿਸੇ ਮਿਹਨਤ ਲਈ ਤੋਂ ਮੁਫਤ ਹੀ ਕਰਦੇ ਹਨ। ਜਿੱਥੇ ਇਕੱਠ ਹੋਵੇ ਉੱਥੇ ਵਕਤੀ ਹਸਪਤਾਲ ਵੀ ਬਣਾਇਆ ਜਾਂਦਾ ਹੈ। ਡਾਕਟਰ, ਨਰਸਾਂ ਸਭ ਮੁਫਤ ਦੀ ਸੇਵਾ ਵਾਲੇ ਹੁੰਦੇ ਹਨ। ਬਿਜਲੀ ਦੇ ਮਾਹਰ ਤੇ ਹੋਰ ਤਕਨੀਕੀ ਕੰਮ ਸਭ ਸੇਵਾ ਦੇ ਆਧਾਰਿਤ ਹੈ। ਦੂਜੇ ਪਾਸੇ ਸਿੱਖ ਧਰਮ ਅਸਥਾਨਾਂ ਦੀ ਗੱਲ ਲੈ ਲਓ। ਕਾਰ ਸੇਵਾ ਸ਼੍ਰੋਮਣੀ ਕਮੇਟੀ ਪੈਸੇ ਲੈ ਕੇ ਦਿੰਦੀ ਹੈ। ਜਿਸ ਕਾਰ ਸੇਵਾ ਵਾਲੇ ਸਾਧ ਨੂੰ ਸੇਵਾ ਮਿਲਦੀ ਹੈ ਉਹ ਲਾਗੇ ਦੇ ਪਿੰਡਾਂ ਦਾ ਜੀਣਾ ਹਰਾਮ ਕਰ ਦਿੰਦਾ ਹੈ। ਜੀਪਾਂ ਦੇ ਕੇ ਦੁੱਧ ਇਕੱਠਾ ਕਰਨ ਭੇਜਦਾ ਹੈ। ਕਦੇ ਪੱਕਾ ਪਕਾਇਆ ਲੰਗਰ ਅਤੇ ਕਦੇ ਲੈਂਟਰ ਪਾਉਣ ਲਈ ਨਾਸਾਂ ਵਿੱਚ ਧੂੰ ਦੇ ਕੇ ਮੁਫਤ ਦੇ ਕਿਰਤੀ ਇਕੱਠੇ ਕਰਦਾ ਹੈ। ਕਾਰ ਸੇਵਾ ਕਰਦਿਆਂ ਸਾਧ ਉਹ ਗੰਦ ਘੋਲਦਾ ਹੈ ਜਿਹੜਾ ਰਹੇ ਰੱਬ ਦਾ ਨਾਂ। ਰਾਧਾ ਸੁਆਮੀਆਂ ਨੇ ਕਿਤਾਬਾਂ ਤਾਂ ਸੈਂਕੜੇ ਦੇ ਹਿਸਾਬ ਨਾਲ ਲਿਖੀਆਂ ਹਨ, ਪਰ ਗੁਰੂ ਗ੍ਰੰਥ ਸਾਹਿਬ ਵਾਂਗ ਕੋਈ ਗ੍ਰੰਥ ਤਿਆਰ ਨਹੀਂ ਕੀਤਾ। ਡੇਰੇ ਦੇ ਨਾਲ ਹੀ ਮੇਜਰ ਜਨਰਲ
ਬਰਗੇਡੀਅਰ, IG ਪੁਲਿਸ, ਇੰਜੀਨੀਅਰ, ਡਾਕਟਰ ਤੇ ਹੋਰ ਸਰਕਾਰੀ ਨੌਕਰੀਆਂ ਤੋਂ ਰਿਟਾਇਰ ਹੋ ਚੁੱਕੇ ਅਫਸਰਾਂ ਦੇ ਆਪੋ ਆਪਣੇ ਛੋਟੇ-ਛੋਟੇ ਬੰਗਲੇ ਹਨ। ਹਰ ਗੱਡੀ ਬਿਆਸ ਰੇਲਵੇ ਸਟੇਸ਼ਨ ਤੇ ਰੋਕ ਕੇ ਆਉਂਦੀ ਤੇ ਜਾਂਦੀ ਹੈ। ਹੁਣ ਬਿਆਸ ਏਅਰਪੋਰਟ ਬਣਾਉਣ ਦੀ ਤਿਆਰੀ ਵੀ ਹੋ ਰਹੀ ਹੈ ਤਾਂ ਕਿ ਵਿਦੇਸ਼ਾਂ ਤੋਂ ਰਾਧਾ ਸੁਆਮੀ ਜਹਾਜ਼ ਰਾਹੀਂ ਭੰਡਾਰੇ ਤੇ ਆਇਆ ਕਰ। ਇਹੋ ਜਿਹੇ ਕੁਝ ਕਾਰਨ ਹਨ ਜਿਨ੍ਹਾਂ ਕਰਕੇ ਸਿੱਖ ਧਰਮ ਵਿੱਚ ਲੋਕਾਂ ਦੀ ਦਿਲਚਸਪੀ ਘਟਦੀ ਜਾਂਦੀ ਹੈ ਤੇ ਰਾਧਾ ਸੁਆਮੀ ਨਿਰੰਕਾਰੀ ਤੇ ਇਸ ਤਰ੍ਹਾਂ ਦੇ ਹੋਰ ਧਰਮਾਂ ਵਿੱਚ ਵੱਧਦੀ ਜਾਂਦੀ ਹੈ। ਸਿੱਖਾਂ ਵਿੱਚ ਅੱਗੇ ਵਾਲਾ ਉਤਸ਼ਾਹ ਹੈ ਹੀ ਨਹੀਂ। ਅੱਗੇ ਸਿੱਖ ਜਦੋਂ ਵੀ ਕਦੇ ਅੰਮ੍ਰਿਤਸਰ ਜਾਂਦੇ ਤਾਂ ਦਰਬਾਰ ਸਾਹਿਬ ਇਸ਼ਨਾਨ ਜ਼ਰੂਰ ਕਰਦੇ। ਹੁਣ ਵੇਖੀਦਾ ਹੈ ਕਿ ਕੋਈ ਵਿਰਲਾ ਹੀ ਇਸ਼ਨਾਨ ਕਰ ਰਿਹਾ ਹੁੰਦਾ। ਕਿੱਥੇ 1 ਲੱਖ ਬੰਦੇ ਵਾਸਤੇ 400 ਟੂਟੀ ਦਾ ਪ੍ਰਬੰਧ ਤੇ ਕਿੱਥੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀ ਕਈ ਲੱਖ ਸੰਗਤ ਵਾਸਤੇ ਇੱਕ ਨਿੱਕਾ ਜਿਹਾ ਪਿਸ਼ਾਬ ਘਰ, ਜਿੱਥੇ ਮਸਾਂ 6-7 ਆਦਮੀ ਹੀ ਜਾ ਸਕਦੇ ਹਨ। ਇੱਕ ਗੱਲ ਸਿੱਖ ਧਰਮ ਵਿੱਚ ਬੜੀ ਅਜੀਬ ਹੈ। ਜੇ ਕੁਦਰਤੀ ਜ਼ਰੂਰਤ ਟੱਟੀ ਪਿਸ਼ਾਬ ਦੀ ਸਹੂਲਤ ਨਾ ਬਣਾਉਣ ਬਾਰੇ ਪੁੱਛੋ ਤਾਂ ਕਹਿੰਦੇ ਹਨ ਦਰਬਾਰ ਸਾਹਿਬ ਦੇ ਅੰਦਰ ਟੱਟੀ ਖਾਨਾ ਬਣਾ ਕੇ ਗੰਦ ਪਾਉਣਾ ਹੈ। ਪਰ ਦੂਜੇ ਪਾਸੇ ਕਿਸੇ ਵੀ ਡਾਕਟਰ ਨੂੰ ਪੁੱਛ ਲਵੋ, ਉਹ ਕਹੇਗਾ ਕਿ ਕਰੀਬ 800 ਗ੍ਰਾਮ ਗੰਦ ਹਰ ਵੇਲੇ ਬੰਦੇ ਦੇ ਪੇਟ ਵਿੱਚ ਰਹਿੰਦਾ ਹੈ। ਜੇ ਇਹ ਗੰਦ ਕਿਸੇ ਵਜ੍ਹਾ ਕਰਕੇ ਹੈਜੇ ਆਦਿ ਦੀ ਬਿਮਾਰੀ ਕਾਰਨ ਪੇਟ ਵਿੱਚੋਂ ਨਿਕਲ ਜਾਵੇ ਤਾਂ ਬੰਦਾ ਮਰ ਜਾਂਦਾ ਹੈ। ਇਸੇ ਕਰਕੇ ਹੀ ਟੱਟੀਆਂ ਲੱਗਣ ਦੀ ਬਿਮਾਰੀ ਨੂੰ ਗੰਭੀਰ ਮਿਥਿਆ ਗਿਆ ਹੈ। 800 ਗ੍ਰਾਮ ਗੰਦ ਢਿੱਡ ਵਿੱਚ ਲੈ ਕੇ ਤਾਂ ਬੰਦਾ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਕੇ ਮੱਥਾ ਵੀ ਟੇਕਦਾ ਹੈ ਤੇ ਮਹਾਰਾਜ ਦੇ ਤਾਬਿਆ ਵੀ ਬੈਠਦਾ ਹੈ। ਪਰ ਪ੍ਰਕਰਮਾਂ ਵਿੱਚ ਲੋਕਾਂ ਨੂੰ ਇਹ ਸਹੂਲਤ ਨਾ ਦੇਣੀ ਸਮਝ ਨਹੀਂ ਆਉਂਦੀ। ਕਿੱਧਰ ਦੀ ਦਲੀਲ ਹੈ? ਅੱਜ ਕੱਲ੍ਹ ਤਾਂ ਗੁਸਲਖਾਨਿਆਂ ਦੇ ਐਸੇ ਵਧੀਆ ਸੰਦ ਆ ਗਏ ਹਨ ਕਿ ਬੰਦਾ ਜਦੋਂ ਵੀ ਹਾਜ ਤੋਂ ਵਿਹਲਾ ਹੋ ਕੇ ਪਿੱਛੇ ਹਟਦਾ ਹੈ ਤਾਂ ਉਸੇ ਵੇਲੇ ਹੀ ਪਾਣੀ ਆਪਣੇ ਆਪ ਚੱਲ ਪੈਂਦਾ ਹੈ। ਬਦਬੂ ਵਗੈਰਾ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਜੇ ਪ੍ਰਕਰਮਾਂ ਵਿੱਚ ਕਿਸੇ ਛੋਟੇ ਬੱਚੇ ਨੂੰ ਪਿਸ਼ਾਬ ਜਾਂ ਟੱਟੀ ਆ ਜਾਵੇ ਤਾਂ ਉਹਦਾ ਮਾਂ ਪਿਓ ਉਹਨੂੰ ਲੈ ਕੇ ਕਿੱਧਰ ਨੂੰ ਭੱਜੇ। ਮੈਨੂੰ ਇੱਕ ਖਾੜਕੂ ਸਿੰਘ ਦੀ ਗੱਲ ਯਾਦ ਆਈ। ਭਾਈ ਰਮਿੰਦਰ ਸਿੰਘ ਟੈਣੀ, ਜਿਹੜੇ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਉਸ ਵੇਲੇ ਪ੍ਰਧਾਨ ਮਾਸਟਰ ਅਮਰੀਕ ਸਿੰਘ ਦੇ ਬੇਟੇ ਸਨ, ਨੇ ਬਹੁਤ ਹੀ ਬੇਦਾਗ ਅਤੇ ਵਧੀਆ ਖਾੜਕੂ ਜੀਵਨ ਗੁਜ਼ਾਰਿਆ। ਪੁਲਿਸ ਵਾਲੇ ਵੀ ਉਹਨਾਂ ਦੀ ਇੱਜ਼ਤ ਕਰਦੇ ਸਨ ਕਿਉਂਕਿ ਹਵਾਲਾਤ ਵਿੱਚ ਉਹ ਹਰ ਵੇਲੇ ਪਾਠ ਕਰਦੇ ਰਹਿੰਦੇ ਸਨ ਤੇ ਬਾਅਦ ਵਿੱਚ ਖੰਨਾ ਨੇੜੇ ਆਪਣੀ ਪਤਨੀ, ਜਿਸ ਦੇ ਪੇਟ ਵਿੱਚ ਬੱਚਾ ਵੀ ਸੀ, ਸਮੇਤ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸਨ। ਇਹ ਭਾਣਾ ਵਾਪਰਨ ਤੇ ਜਦੋਂ ਮੈਂ ਅਫਸੋਸ ਕਰਨ ਮਾਸਟਰ ਜੀ ਦੇ ਘਰ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਟੈਣੀ ਨੇ ਕਿਹਾ ਸੀ ਕਿ ਇਸ ਕਮਰੇ ਵਿੱਚ ਫਰਸ਼ ਥੱਲੇ ਸੀਵਰੇਜ ਦੇ ਪਾਈਪ ਨਾ ਪਾਇਓ, ਕਿਉਂਕਿ ਜੇ ਕਦੇ ਮੈਂ ਇੱਥੇ ਆਵਾਂ ਤਾਂ ਬੈਠ ਕੇ ਭਜਨ ਬੰਦਗੀ ਕਰਨੀ ਹੁੰਦੀ ਹੈ। ਮੈਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿਉਂਕਿ ਰਮਿੰਦਰ ਸਿੰਘ ਟੈਣੀ ਇੱਕ ਪੜ੍ਹਿਆ ਲਿਖਿਆ ਨੌਜਵਾਨ ਸੀ ਤੇ ਇੱਕ ਨਿੱਜੀ ਕਾਲਜ ਚਲਾਉਂਦਾ ਸੀ, ਜਿਸ ਵਿੱਚ ਸਾਇੰਸ ਦੀਆਂ ਵੀ ਸ਼ਾਇਦ ਕਲਾਸਾਂ ਲੱਗਦੀਆਂ ਸਨ। ਪਾਈਪ ਤੇ ਜ਼ਮੀਨ ਦੇ ਥੱਲੇ ਪੈਣੇ ਸਨ। ਉੱਪਰ 2.5-3 ਇੰਚ ਮੋਟੀ ਕੰਕਰੀਟ ਦੀ ਫਰਸ਼ ਪੈਣੀ ਸੀ, ਪਰ ਫਿਰ ਵੀ ਥੱਲੇ ਪਾਈਪ ਨਾ ਪਾਉਣ ਦੀ ਹਦਾਇਤ ਸੀ। ਦਮਦਮੀ ਟਕਸਾਲ ਚੌਂਕ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਡੇਰੇ ਦੇ ਸਿੰਘਾਂ ਦੇ ਰਹਿਣ ਲਈ ਕਮਰੇ ਬਣੇ ਹੋਏ ਹਨ। ਗੁਰਦੁਆਰਾ ਸਾਹਿਬ ਦਾ ਖੁੱਲ੍ਹਾ ਅਹਾਤਾ ਕਈ ਏਕੜ ਜ਼ਮੀਨ ਵਿੱਚ ਹੈ। ਰਹਿائش ਵਾਲੇ ਕਮਰੇ ਅਹਾਤੇ ਦੇ ਇੱਕ ਬੰਨੇ ਬਣੇ ਹੋਏ ਹਨ ਤੇ ਬਾਥਰੂਮ ਅਹਾਤੇ ਦੇ ਦੂਜੇ ਬੰਨੇ। ਜੇ ਕਿਸੇ ਨਵੀਂ ਬਣੀ ਇਮਾਰਤ ਚੰਡੀਗੜ੍ਹ ਲੰਗਰ ਵਾਲੇ ਹਾਲ ਦੇ ਉੱਪਰ ਬਣੀ ਇਮਾਰਤ ਨੂੰ ਕਹਿੰਦੇ ਹਨ ਤੇ ਉਸ ਦੀ ਨਾਲ ਵਾਲੀ ਇਮਾਰਤ ਵਿੱਚ ਰਹਿੰਦੇ ਬੰਦੇ ਨੂੰ ਹਾਜਤ ਹੋ ਜਾਵੇ ਤਾਂ ਮੈਂ ਨਹੀਂ ਸਮਝਦਾ ਕਿ ਉਹ ਹਾਤੇ ਦੇ ਦੂਜੇ ਬੰਨੇ ਬਣੇ ਬਾਥਰੂਮ ਤੱਕ ਪਹੁੰਚ ਸਕੇ। ਜੇ ਹੁਣ ਵੀ ਉਸ ਇਮਾਰਤ ਵਿੱਚ ਕਿਸੇ ਬਾਹਰੋਂ ਗਏ ਵਿਅਕਤੀ ਨੂੰ ਪਿਸ਼ਾਬ ਆ ਜਾਵੇ ਤਾਂ ਉੱਥੇ ਰਹਿਣ ਵਾਲੇ ਸਿੰਘ ਕਹਿੰਦੇ ਹਨ, ਆਰੇ ਵਾਲੇ ਬੰਨੇ ਪਿੱਛੇ ਜਾ ਕੇ ਕਰ ਆਓ। ਕਿ ਇਸ ਨਾਲੋਂ ਇਹ ਚੰਗਾ ਨਹੀਂ ਸੀ ਕਿ ਹਰ ਕਮਰੇ ਨਾਲ ਸੰਬੰਧਿਤ ਇੱਕ ਬਾਥਰੂਮ ਹੁੰਦਾ, ਪਰ ਸਵੱਛਤਾ ਤੇ ਬ੍ਰਾਹਮਣ ਦੀ ਸੋਚ ਨੇ ਇਹ ਹੋਣ ਨਹੀਂ ਦਿੱਤਾ। ਲੋਕ ਸਮੇਂ ਦੇ ਨਾਲ ਨਾਲ ਅਗਾਂਹ ਨੂੰ ਜਾਂਦੇ ਹਨ, ਪਰ ਸਿੱਖ ਦਿਨੋਂ ਦਿਨ 16ਵੀਂ ਸਦੀ ਵੱਲ ਨੂੰ ਜਾ ਰਹੇ ਹਨ। ਇਸੇ ਕਰਕੇ ਹੀ ਇਹ ਉੱਥੇ ਪਹੁੰਚ ਚੱਲੇ ਹਨ ਜਿੱਥੋਂ ਤੁਰੇ ਸੀ। ਬ੍ਰਾਹਮਣਵਾਦ ਦਾ ਦਨ ਦਨਾਉਂਦਾ ਅਜਗਰ ਇਹਨਾਂ ਨੂੰ ਨਿਗਲ ਚੱਲਿਆ ਹੈ। ਮੇਰੀ ਮਾਤਾ ਜੀ ਦੀ ਬੜੀ ਖਾਹਿਸ਼ ਸੀ ਕਿ ਉਹ ਦਿੱਲੀ ਦੇ ਗੁਰਦੁਆਰਿਆਂ ਦੇ ਦਰਸ਼ਨ ਕਰੇ। ਉਹ ਵਿਚਾਰੀ ਇਸ ਤੋਂ ਪਹਿਲਾਂ ਕਦੇ ਵੀ ਦਿੱਲੀ ਨਹੀਂ ਗਈ ਸੀ। ਮੈਨੂੰ ਕਈ ਵਾਰ ਪੁੱਛਦੀ ਰਹਿੰਦੀ ਸੀ, ਗੁਰਦੁਆਰਾ ਸੀਸਗੰਜ ਸਾਹਿਬ ਤੇ ਬਹੁਤ ਵੱਡਾ ਹੋਣਾ,
ਕਹਿੰਦੇ ਲਾਲ ਕਿਲ੍ਹਾ ਵੀ ਉੱਥੋਂ ਲਾਗੇ ਹੀ ਹੈ। ਇਹ ਸੋਚ ਕੇ ਕਿ ਕਿਤੇ ਮੇਰੀ ਮਾਤਾ ਦੀ ਖਾਸ਼ ਅਧੂਰੀ ਨਾ ਰਹਿ ਜਾਵੇ, ਮੈਂ ਆਪਣੇ ਇੱਕ ਰਿਸ਼ਤੇਦਾਰ ਜਿਸ ਦੇ ਮਹਿਕਮੇ ਦਾ ਸਬੰਧ ਪੰਜਾਬ ਭਵਨ ਦੀ ਬੁਕਿੰਗ ਨਾਲ ਸੀ ਨੂੰ ਕਿਹਾ ਕਿ ਕਿਸੇ ਤਰ੍ਹਾਂ ਮੇਰੇ ਲਈ ਪੰਜਾਬ ਭਵਨ ਵਿੱਚ 2 ਕਮਰੇ 2 ਦਿਨ ਲਈ ਬੁੱਕ ਕਰਵਾ ਦੇਵੇ। ਜਦੋਂ ਮੈਂ ਗੁਰਦੁਆਰਿਆਂ ਦੇ ਦਰਸ਼ਨਾਂ ਦੀ ਗੱਲ ਦੱਸੀ ਤਾਂ ਉਸ ਰਿਸ਼ਤੇਦਾਰ ਦੀ ਮਾਂ ਵੀ ਉਹਦੇ ਖਹਿੜੇ ਪੈ ਗਈ ਕਿ ਮੈਂ ਵੀ ਦਿੱਲੀ ਕਦੇ ਨਹੀਂ ਗਈ। ਸਬੱਬ ਨਾਲ ਹੁਣ ਸਾਥ ਬਣਿਆ ਹੈ, ਮੈਨੂੰ ਵੀ ਨਾਲ ਲੈ ਕੇ ਚੱਲ। ਦਿੱਲੀ ਕੋਈ ਪੰਜਾਬ ਦੀ ਰਾਜਨੀਤਿਕ ਸਰਗਰਮੀ ਚੱਲ ਰਹੀ ਸੀ, ਇਸ ਲਈ ਕਮਰੇ ਬੁੱਕ ਨਾ ਹੋ ਸਕੇ। ਇੱਕ ਪਾਰਟੀ ਤੇ ਅਸੀਂ ਇਕੱਠੇ ਹੋਏ ਤੇ ਮੈਂ ਆਪਣੇ ਰਿਸ਼ਤੇਦਾਰ ਨਾਲ ਦਿੱਲੀ ਜਾਣ ਦੇ ਪ੍ਰੋਗਰਾਮ ਦੀਆਂ ਗੱਲਾਂ ਕਰ ਰਿਹਾ ਸਾਂ ਕਿ ਨਰਿੰਜਨ ਸਿੰਘ, ਜੋ ਉਦੋਂ ਡੀਸੀ ਗੁਰਦਾਸਪੁਰ ਲੱਗੇ ਹੋਏ ਸਨ, ਸਾਡੇ ਨਾਲ ਹੀ ਬੈਠੇ ਸਨ। ਮੇਰੇ ਵੀ ਉਹ ਥੋੜੇ ਜਿਹੇ ਵਾਕਿਫ ਸਨ, ਪਰ ਮੇਰੇ ਰਿਸ਼ਤੇਦਾਰ ਦੇ ਉਹ ਚੰਡੀਗੜ੍ਹ ਅਫਸਰ ਰਹਿ ਚੁੱਕੇ ਸਨ। ਉਹਨਾਂ ਸਾਨੂੰ ਕਿਹਾ, ਪੰਜਾਬ ਭਵਨ ਤੁਸਾਂ ਜ਼ਰੂਰ ਠਹਿਰਨਾ ਹੈ, ਮੈਂ ਤੁਹਾਨੂੰ ਚਿੱਠੀ ਲਿਖ ਕੇ ਦਿੰਦਾ ਹਾਂ, ਤੁਸੀਂ ਦਿੱਲੀ ਜਾ ਕੇ ਨਿਰੰਕਾਰੀ ਭਵਨ ਵਿੱਚ ਠਹਿਰਿਓ, ਭਾਵੇਂ ਉੱਥੇ 10 ਦਿਨ ਰਹੋ। ਇਹ ਗੱਲ ਦਸੰਬਰ 1977 ਜਾਂ ਜਨਵਰੀ 1978 ਦੀ ਹੈ। ਉਦੋਂ ਅਜੇ ਸਿੱਖਾਂ ਤੇ ਨਿਰੰਕਾਰੀਆਂ ਵਿੱਚ ਕੋਈ ਝਗੜਾ ਨਹੀਂ ਸੀ ਤੇ ਆਮ ਲੋਕਾਂ ਨੂੰ ਖਾਸ ਕਰਕੇ ਦੁਆਬੇ ਵਿੱਚ ਨਿਰੰਕਾਰੀ ਕੋਈ ਬਹੁਤੇ ਮਸ਼ਹੂਰ ਵੀ ਨਹੀਂ ਸਨ। ਬਸ ਇੰਨਾ ਸੁਣੀਦਾ ਸੀ ਕਿ ਨਿਰੰਕਾਰੀ ਬਾਬਾ ਆਪਣਾ ਇੱਕ ਹੱਥ ਉੱਪਰ ਤੇ ਇੱਕ ਹੱਥ ਥੱਲੇ ਰੱਖ ਕੇ ਲੋਕਾਂ ਨੂੰ ਦੱਸਦਾ ਹੈ ਕਿ ਦੋਹਾਂ ਹੱਥਾਂ ਵਿੱਚ ਜਿਹੜਾ ਫਾਸਲਾ ਹੈ ਬਸ ਉਹੀ ਪਰਮਾਤਮਾ ਹੈ। ਨਰਿੰਜਨ ਸਿੰਘ ਵੀ ਨਿਰੰਕਾਰੀ ਬਾਬੇ ਦਾ ਸਮਝੋ ਸੱਜਾ ਹੱਥ ਸੀ। ਉਹਦੇ ਕੋਲੋਂ ਚਿੱਠੀ ਲੈ ਕੇ ਅਸੀਂ 2 ਪਰਿਵਾਰ 2 ਕਾਰਾਂ ਤੇ ਦਿੱਲੀ ਚਲੇ ਗਏ। ਰੋਹਤਕ ਰੋਡ ਤੇ ਕਿੰਗਸਵੇ ਕੈਂਪ ਵਿੱਚ ਨਿਰੰਕਾਰੀ ਭਵਨ ਹੈ। ਜਦੋਂ ਸਾਡੀਆਂ ਕਾਰਾਂ ਨਿਰੰਕਾਰੀ ਭਵਨ ਅੱਗੇ ਰੁਕੀਆਂ ਤਾਂ ਮੇਰੇ ਰਿਸ਼ਤੇਦਾਰ ਨੇ ਨਰਿੰਜਨ ਸਿੰਘ ਵਾਲੀ ਚਿੱਠੀ ਗੇਟ ਤੇ ਖਲੋਤੇ 2 ਬੰਦਿਆਂ ਵਿੱਚੋਂ ਇੱਕ ਨੂੰ ਦਿੱਤੀ। ਉਹ ਚਿੱਠੀ ਲੈ ਕੇ ਅੰਦਰ ਚਲਾ ਗਿਆ ਤੇ ਆਪਣੇ ਨਾਲ 5-6 ਬੰਦਿਆਂ ਨੂੰ ਲਿਆਇਆ। ਉਹਨਾਂ ਵਿੱਚ ਇੱਕ ਅੱਧ-ਖੜ ਜਿਹੀ ਚੰਗੀ ਡੀਲ ਡੋਲ ਤੇ ਪੂਰੇ ਰੋਹਬ ਵਾਲੀ ਔਰਤ ਵੀ ਸੀ। ਉਹ ਆਉਂਦੀ ਨੇ ਹੀ ਸਾਨੂੰ ਉੱਚੀ ਸਾਰੀ ਧੰਨ ਨਿਰੰਕਾਰ ਕਿਹਾ ਤੇ ਅਸਾਂ ਅੱਗੋਂ ਸਤਿ ਸ੍ਰੀ ਅਕਾਲ ਕਹਿ ਕੇ ਜਵਾਬ ਦਿੱਤਾ। ਸਾਨੂੰ ਕੋਈ ਪਤਾ ਨਹੀਂ ਸੀ ਕਿ ਅੱਗੋਂ ਸਾਨੂੰ ਵੀ ਧੰਨ ਨਿਰੰਕਾਰ ਕਹਿਣਾ ਚਾਹੀਦਾ ਹੈ। ਉਸ ਬੀਬੀ ਨੇ ਹੁਕਮ ਦੇਣ ਵਾਲੇ ਲਹਿਜੇ ਵਿੱਚ ਇੱਕ ਅੰਮ੍ਰਿਤਧਾਰੀ ਸਿੰਘ, ਜਿਸ ਨੂੰ ਉਸ ਨੇ ਗਿਆਨੀ ਜੀ ਕਰਕੇ ਸੰਬੋਧਨ ਕੀਤਾ ਸੀ, ਕਿਹਾ, ਗਿਆਨੀ ਜੀ, ਇਹਨਾਂ ਨੂੰ 13 ਤੇ 14 ਨੰਬਰ ਕਮਰੇ ਦੇ ਦਿਓ। ਫਿਰ ਉਸ ਨੇ ਸਾਨੂੰ ਕਿਹਾ, ਕਮਰੇ ਤੇ ਹੋਰ ਵੀ ਬਹੁਤ ਹਨ, ਪਰ ਇਹ ਦੋਵੇਂ ਕਮਰੇ ਬੜੇ ਖੁੱਲੇ ਡੁੱਲੇ ਹਨ ਤੇ ਤੁਹਾਡੇ ਨਾਲ ਛੋਟੇ ਬੱਚੇ ਹਨ, ਉੱਪਰ ਖੇਡਣਗੇ ਤੇ ਜੇ ਇਹਨਾਂ ਦਾ ਜੀ ਕਰੇ ਤਾਂ ਥੱਲੇ ਆ ਕੇ ਵਿਹੜੇ ਵਿੱਚ ਵੀ ਖੇਡ ਸਕਦੇ ਹਨ। ਹੁਣੇ ਹੀ ਖੇਡਣ ਲਈ ਕਈ ਬੱਚੇ ਆ ਜਾਣੇ ਹਨ। ਇਹ ਦੋਵੇਂ ਕਮਰੇ ਪਹਿਲੀ ਮੰਜ਼ਲ ਤੇ ਹਨ ਤੇ ਇਹਨਾਂ ਦੇ ਬਿਲਕੁਲ ਸਾਹਮਣੇ ਥੱਲੇ ਵਿਹੜਾ ਸੀ। ਵਿਹੜੇ ਤੋਂ ਪਰਲੇ ਪਾਸੇ ਨਿਰੰਕਾਰੀ ਬਾਬੇ ਗੁਰਬਚਨ ਸਿੰਘ ਦੀ ਰਿਹਾਇਸ਼ ਸੀ। ਉਹਨਾਂ ਦੇ ਘਰ ਦੇ ਦਰਵਾਜ਼ੇ ਇਸ ਵਿਹੜੇ ਵਿੱਚ ਖੁੱਲ੍ਹਦੇ ਸਨ। ਕਾਰ ਆ ਕੇ ਦਰਵਾਜ਼ੇ ਅੱਗੇ ਖਲੋ ਜਾਂਦੀ ਤੇ ਨਿਰੰਕਾਰੀ ਬਾਬਾ ਕਾਰ ਵਿੱਚੋਂ ਉਤਰ ਕੇ ਕਮਰੇ ਵਿੱਚ ਚਲਾ ਜਾਂਦਾ। ਇਸ ਘਰ ਅੱਗੇ ਹੀ ਜਦੋਂ ਕਾਰ ਆ ਕੇ ਰੁਕੀ ਸੀ ਤੇ ਬਾਬਾ ਜੀ ਨੇ ਉਹਨਾਂ ਦਾ ਡਰਾਈਵਰ ਕਮ ਗਨਮੈਨ ਪ੍ਰਤਾਪ ਸਿੰਘ ਕਾਰ ਵਿੱਚੋਂ ਬਾਹਰ ਨਿਕਲੇ ਸਨ ਤਾਂ 13 ਨੰਬਰ ਕਮਰੇ ਦੀ ਬਾਰੀ ਵਿੱਚੋਂ ਦੀ ਹੀ ਗੋਲੀ ਚਲਾ ਕੇ ਭਾਈ ਰਣਜੀਤ ਸਿੰਘ ਨੇ ਉਹਨਾਂ ਨੂੰ ਮਾਰਿਆ ਦੱਸਦੇ ਹਨ। ਫਿਰ 13 ਨੰਬਰ ਕਮਰੇ ਦੀ ਹੀ ਪਿਛਲੀ ਬਾਰੀ, ਜਿਸ ਦੀ ਗ੍ਰਿਲ ਦੱਸਦੇ ਹਨ ਕਿ ਭਾਈ ਰਣਜੀਤ ਸਿੰਘ ਨੇ ਇੱਕ ਦਿਨ ਪਹਿਲਾਂ ਹੀ ਖੋਲੀ ਹੋਈ ਸੀ ਤੇ ਸਿਰਫ ਮਾੜੇ-ਮਾੜੇ ਪੇਚ ਹੀ ਅੜਾਏ ਹੋਏ ਸਨ, ਪਿੱਛੇ ਹਟਾ ਕੇ ਪਿਛਲੇ ਪਾਸੇ ਉਤਰ ਕੇ ਉਹ ਫਰਾਰ ਹੋ ਗਏ ਸਨ। ਇਹ ਗੱਲਾਂ ਭਾਈ ਰਣਜੀਤ ਸਿੰਘ ਦੇ ਚਲਾਨ ਵਿੱਚ ਲਿਖੀਆਂ ਹੋਈਆਂ ਹਨ, ਜਿਸ ਦਾ ਜੇਲ੍ਹ ਵਿੱਚ ਮੈਂ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਉਲੱਥਾ ਕਰਕੇ ਭਾਈ ਸਾਹਿਬ ਨੂੰ ਦਿੱਤਾ ਸੀ। ਉਸ ਗਿਆਨੀ ਵਿਚਾਰੇ ਨੂੰ ਵੀ, ਜਿਹੜਾ ਸਾਨੂੰ ਅੰਦਰ ਲਿਆਇਆ ਸੀ, ਦੱਸਦੇ ਹਨ ਕਿ ਸ਼ੱਕ ਵਿੱਚ ਪੁਲਿਸ ਨੇ ਫੜ ਲਿਆ ਸੀ ਤੇ ਉਸ ਨੂੰ ਬੜੀ ਕੁੱਟ ਪਈ ਸੀ। ਸਾਡੀਆਂ ਕਾਰਾਂ, ਜਿਨ੍ਹਾਂ ਉੱਤੇ ਸਮਾਨ ਤੇ ਬਿਸਤਰੇ ਵਗੈਰਾ ਲੱਦੇ ਹੋਏ ਸਨ, ਡਿਉੜੀ ਵਿੱਚੋਂ ਹੋ ਕੇ ਵਿਹੜੇ ਵਿੱਚ ਆਈਆਂ ਤਾਂ ਦੋਹੀਂ ਪਾਸੀਂ ਨਿਰੰਕਾਰੀ ਹੱਥ ਜੋੜ ਕੇ ਖਲੋਤੇ ਸਨ। ਮੇਰੀ ਮਾਤਾ ਤਾਂ ਉਹ ਸਵਾਗਤ ਵੇਖ ਕੇ ਬੜੀ ਪ੍ਰਸੰਨ ਹੋਈ ਤੇ ਹੌਲੀ-ਹੌਲੀ ਆਖੀ ਜਾਵੇ, ਇਹ ਹੈ ਤੇ ਵਿਚਾਰੇ ਬੜੇ ਚੰਗੇ, ਪਰ ਇਹ ਸਿੱਖ ਨਹੀਂ ਲੱਗਦੇ। ਮੈਂ ਪੁੱਛਾਂ, ਮਾਤਾ ਤੁਸਾਂ ਕਿੱਥੋਂ ਹਿਸਾਬ ਲਾਇਆ? ਇੱਕ ਤੇ ਇਹ ਫਤਿਹ ਨਹੀਂ ਬੁਲਾਉਂਦੇ ਤੇ ਹੋਰ ਹੀ ਕੁਝ ਕਹਿੰਦੇ ਆ, ਤੇ ਦੂਜਾ ਜਿੱਦਾਂ ਇਹ ਖੁਸ਼ ਹੋ ਕੇ ਲੋ ਕੇ ਪੈਂਦੇ ਆ, ਇਦਾਂ ਲਾਡ ਕਰਦੇ ਆ। ਆਪਾਂ ਸਿੱਖ ਇਦਾਂ ਕਿੱਥੇ ਕਰਦੇ ਆ? ਮੇਰੀ ਅਨਪੜ੍ਹ ਮਾਤਾ ਦਾ ਇਹ ਅੰਦਾਜ਼ਾ ਬਿਲਕੁਲ ਦੁਰਸਤ ਸੀ।
ਜਦੋਂ ਅਸੀਂ ਦੋਵੇਂ ਪਰਿਵਾਰ ਕਾਰਾਂ ਤੋਂ ਥੱਲੇ ਉਤਰੇ ਤਾਂ ਉਹ ਸਾਰੇ ਸਾਡੇ ਪੈਰਾਂ ਨੂੰ ਹੱਥ ਲਾਉਣ, ਕਿਉਂਕਿ ਨਿਰੰਕਾਰੀਆਂ ਦਾ ਦੂਜੇ ਦੇ ਪੈਰਾਂ ਨੂੰ ਹੱਥ ਲਾਉਣਾ ਪਹਿਲਾ ਅਸੂਲ ਹੈ। ਪਰ ਅਸੀਂ ਡੰਗਰਾਂ ਵਾਂਗ ਉਦਾਂ ਹੀ ਖਲੋਤੇ ਰਹੀਏ। ਸਗੋਂ ਜਦੋਂ ਉਹ ਪੈਰਾਂ ਵੱਲ ਨੂੰ ਹੱਥ ਕਰਕੇ ਅਗਾਂਹ ਨੂੰ ਆਉਣ ਤਾਂ ਅਸੀਂ ਆਪਣੇ ਪੈਰ 2 ਕਦਮ ਪਿਛਾਂਹ ਨੂੰ ਕਰ ਲਈਏ। ਉਹਨਾਂ ਨਿਰੰਕਾਰੀਆਂ ਵਿੱਚੋਂ ਇੱਕ ਬਿਰਧ ਜੀ ਔਰਤ ਨੇ ਆ ਕੇ ਮੇਰੀ ਮਾਤਾ ਨੂੰ ਧੰਨ ਨਿਰੰਕਾਰ ਕਿਹਾ ਤੇ ਅੱਗੋਂ ਮੇਰੀ ਮਾਤਾ ਨੇ ਧੰਨ ਨਿਰੰਕਾਰੀਆ ਕਿਹਾ ਤਾਂ ਨਿਰੰਕਾਰ ਦੀ ਥਾਂ ਨਿਰੰਕਾਰੀਆ ਸੁਣ ਕੇ ਸ਼ਾਇਦ ਉਸ ਨੂੰ ਕੋਈ ਸ਼ੱਕ ਨਹੀਂ ਰਿਹਾ ਹੋਣਾ ਕਿ ਇਹ ਦੇਸੀ ਜੇ ਸਿੱਖ ਹਨ ਤੇ ਨਿਰੰਕਾਰੀਆਂ ਦੇ ਕਿਤੇ ਨੇੜਿਓਂ ਤੇੜਿਓਂ ਵੀ ਨਹੀਂ ਲੰਘੇ ਹੋਣੇ। ਕਹਿੰਦੇ ਹਨ ਕਿ ਇਹ ਧਰਮ ਬਾਬਾ ਲਾਲ ਦਿਆਲ ਜੀ, ਜੋ ਬਹੁਤ ਹੀ ਭਜਨ ਬੰਦਗੀ ਵਾਲੇ ਸਨ, ਤੋਂ ਸ਼ੁਰੂ ਹੋਇਆ। ਉਹ ਜਦੋਂ ਵਜਦ ਵਿੱਚ ਆਉਂਦੇ ਤਾਂ ਕਹਿੰਦੇ ਬੋਲ ਸੰਗਤੇ ਧੰਨ ਨਿਰੰਕਾਰ। ਫਿਰ ਅਵਤਾਰ ਸਿੰਘ ਨਾਂ ਦਾ ਉਹਨਾਂ ਦਾ ਇੱਕ ਸ਼ਰਧਾਲੂ ਉਹਨਾਂ ਦੇ ਡੇਰੇ ਤੋਂ ਅਲੱਗ ਹੋ ਗਿਆ ਤੇ ਨਵਾਂ ਡੇਰਾ ਬਣਾ ਕੇ ਨਿਰੰਕਾਰੀ ਬਣ ਗਿਆ। ਬਾਬਾ ਲਾਲ ਦਿਆਲ ਵਾਲੇ ਨਿਰੰਕਾਰੀ ਅਜੇ ਵੀ ਹਨ, ਪਰ ਬਹੁਤੀ ਮਸ਼ਹੂਰੀ ਹੁਣ ਇਸੇ ਧਰਮ ਦੀ ਹੀ ਹੈ। ਇਸ ਧਰਮ ਵਿੱਚ ਕੁਝ ਵੀ ਕਰਨ ਦੀ ਖੁੱਲ੍ਹ ਹੈ। ਇੱਕ ਵਾਰ ਕਿਸੇ ਨੇ ਬਾਬਾ ਗੁਰਬਚਨ ਸਿੰਘ ਨੂੰ ਪੁੱਛਿਆ, ਬਾਬਾ ਜੀ ਗਾਂ ਦਾ ਮਾਸ ਖਾ ਲੈਣਾ ਚਾਹੀਦਾ ਹੈ? ਤਾਂ ਉਹਨਾਂ ਨੇ ਕਿਹਾ ਕਿ ਹਾਂ, ਪਰ ਸੂਰ ਦੇ ਮਾਸ ਵਿੱਚ ਰਲਾ ਕੇ। ਇਹਨਾਂ ਦੀਆਂ 2 ਕਿਤਾਬਾਂ ਅਵਤਾਰ ਬਾਣੀ ਤੇ ਯੁਗ ਪੁਰਸ਼ ਹਨ, ਜਿਨ੍ਹਾਂ ਵਿੱਚ ਸਿੱਖ ਗੁਰੂਆਂ ਤੇ ਸਿੱਖ ਤੀਰਥ ਅਸਥਾਨਾਂ ਦੀ ਬੜੀ ਬਦਖੋਈ ਕੀਤੀ ਹੋਈ ਹੈ ਤੇ ਲਿਖਿਆ ਹੋਇਆ ਹੈ ਕਿ ਮੈਂ ਅੰਮ੍ਰਿਤਸਰ ਦਰਬਾਰ ਸਾਹਿਬ ਵੀ ਜਾਂਦਾ ਰਿਹਾ ਤੇ ਸਰੋਵਰ ਵਿੱਚ ਵੀ ਨਹਾਉਂਦਾ ਰਿਹਾ, ਪਰ ਮੈਨੂੰ ਕੋਈ ਫਾਇਦਾ ਨਾ ਹੋਇਆ। ਜਦੋਂ ਦਾ ਨਿਰੰਕਾਰੀਆਂ ਦੀ ਸ਼ਰਨ ਵਿੱਚ ਆਇਆ ਹਾਂ, ਉਦੋਂ ਦਾ ਹੀ ਮੈਨੂੰ ਗਿਆਨ ਪ੍ਰਾਪਤ ਹੋਇਆ। ਇਹਨਾਂ ਦੀ ਕਿਤਾਬ ਵਿੱਚ ਲਿਖਿਆ ਹੋਇਆ ਹੈ, ਗੁਰਬਚਨ ਗੁਰੂ ਹੈ ਜਗਤ ਕਾ ਸਭ ਕਾ ਪਾਲਣਹਾਰ। ਸਿੱਖਾਂ ਨੂੰ ਉਸ ਦਾ ਇਹ ਕਹਿਣਾ ਬੜਾ ਬੁਰਾ ਲੱਗਦਾ ਹੈ ਤੇ ਸਿੱਖ ਕਹਿੰਦੇ ਹਨ ਕਿ ਜੇ ਇਹ ਆਖੇ ਕਿ ਗੁਰਬਚਨ ਗੁਰੂ ਹੈ ਨਿਰੰਕਾਰੀਆਂ ਦਾ ਪਾਲਣਹਾਰ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜਦੋਂ ਇਹ ਕਹਿੰਦਾ ਹੈ ਸਭ ਦਾ ਪਾਲਣਹਾਰ, ਤਾਂ ਸਾਡਾ ਪਾਲਣਹਾਰ ਸਰਬ ਸ਼ਕਤੀਮਾਨ ਪਰਮਾਤਮਾ ਹੈ, ਢਿੱਡ ਵਿੱਚ ਗੂੰ ਲੈ ਕੇ ਫਿਰਨ ਵਾਲਾ ਮਨੁੱਖ ਨਹੀਂ। ਦੂਜੀ ਇਤਰਾਜ਼ ਵਾਲੀ ਗੱਲ ਇਹ ਸੀ ਕਿ ਇਹਨਾਂ ਨੇ ਆਪਣੇ ਡੇਰੇ ਦੀਆਂ ਜਨਾਨੀਆਂ ਦਾ ਨਾਮ ਬੇਬੇ ਨਾਨਕੀ, ਬੀਬੀ ਭਾਨੀ, ਮਾਤਾ ਜੀਤੋ, ਮਾਤਾ ਸਾਹਿਬ ਕੌਰ, ਮਾਈ ਭਾਗ, ਬੀਬੀ ਵੀਰੋ, ਇਸ ਤਰ੍ਹਾਂ ਦੇ ਹੋਰ ਗੁਰੂ ਪਰਿਵਾਰਾਂ ਨਾਲ ਸੰਬੰਧਿਤ ਰੱਖੇ ਹੋਏ ਹਨ। ਤੀਜਾ ਇਹ ਕਹਿੰਦੇ ਹਨ, ਸ਼ਾਇਦ ਹੁਣ ਵੀ ਕਹਿੰਦੇ ਹੋਣ, ਕਿ ਗੁਰੂ ਗੋਬਿੰਦ ਸਿੰਘ ਨੇ 5 ਪਿਆਰੇ ਬਣਾਏ ਹਨ ਤੇ ਸਾਡੇ 7 ਸਿਤਾਰੇ ਹਨ। ਇਹਨਾਂ 7 ਸਿਤਾਰਿਆਂ ਵਿੱਚੋਂ 2-3 ਖਾੜਕੂਆਂ ਵੱਲੋਂ ਮਾਰੇ ਵੀ ਜਾ ਚੁੱਕੇ ਹਨ। ਇਹਨਾਂ ਦੀਆਂ ਦੋਵੇਂ ਕਿਤਾਬਾਂ ਸ਼ਾਇਦ ਦਵਿੰਦਰ ਸਤਿਆਰਥੀ ਨੇ ਲਿਖੀਆਂ ਹਨ। ਇਹਨਾਂ ਦਾ ਸਾਰਾ ਪ੍ਰਚਾਰ ਵੀ ਸਿੱਖੀ ਦੇ ਵਿਰੁੱਧ ਹੈ। ਇਹਨਾਂ ਦੇ ਅੰਮ੍ਰਿਤਸਰ ਦੇ ਸਮਾਗਮ ਵਿੱਚ ਸਿੱਖ ਇਹਨਾਂ ਨੂੰ ਇਹੀ ਆਖਣ ਗਏ ਸਨ ਕਿ ਤੁਸੀਂ ਆਪਣਾ ਧਰਮ ਜਿਵੇਂ ਮਰਜ਼ੀ ਚਲਾਓ, ਪਰ ਸਾਡੇ ਗੁਰੂਆਂ ਨੂੰ ਬੁਰਾ ਭਲਾ ਨਾ ਆਖੋ। ਪਰ ਇਹਨਾਂ ਨਿਰੰਕਾਰੀਆਂ ਨੇ 13 ਅਪ੍ਰੈਲ ਵਿਸਾਖੀ ਵਾਲੇ ਦਿਨ 13 ਨਿਹੱਥੇ ਸਿੰਘ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਦੋਂ ਪੰਜਾਬ ਦੇ ਮੁੱਖ ਮੰਤਰੀ ਸਨ ਤੇ ਇਹਨਾਂ ਦੇ ਹੁਕਮ ਨਾਲ ਉਸ ਵੇਲੇ ਦਾ ਆਈਜੀ ਪੁਲਿਸ ਸਰਦਾਰ ਭਗਵਾਨ ਸਿੰਘ ਦਾਨੇਵਾਲੀਆ ਬਾਬੇ ਗੁਰਬਚਨ ਸਿੰਘ ਨੂੰ ਆਪਣੀ ਸਰਕਾਰੀ ਗੱਡੀ ਵਿੱਚ ਬਿਠਾ ਕੇ ਕਰਨਾਲ ਛੱਡ ਕੇ ਆਇਆ ਸੀ। ਜੇ ਬਾਬੇ ਨੂੰ ਇੱਥੇ ਹੀ ਗ੍ਰਿਫਤਾਰ ਕਰਕੇ ਮੁਕੱਦਮਾ ਚਲਾਇਆ ਜਾਂਦਾ ਤਾਂ ਸ਼ਾਇਦ ਪੰਜਾਬ ਦਾ ਸੰਤਾਪ ਉਤਪੰਨ ਨਾ ਹੁੰਦਾ। ਅਦਾਲਤਾਂ ਵੀ ਇਹੋ ਜਿਹੇ ਡੇਰੇਦਾਰਾਂ ਦਾ ਸਾਥ ਦਿੰਦੀਆਂ ਹਨ। 13 ਬੰਦਿਆਂ ਦੇ ਕਿਸੇ ਵੀ ਕਾਤਲ ਨੂੰ 1 ਮਿੰਟ ਦੀ ਵੀ ਸਜ਼ਾ ਨਾ ਹੋਈ। ਉਧਰ ਪ੍ਰਕਾਸ਼ ਸਿੰਘ ਬਾਦਲ ਨੇ ਸੈਸ਼ਨ ਜੱਜ ਦੇ ਫੈਸਲੇ ਵਿਰੁੱਧ ਅਪੀਲ ਕਰਨ ਵਾਲੀ ਫਾਈਲ ਉਨਾ ਚਿਰ ਤੱਕ ਨੱਪੀ ਰੱਖੀ ਜਿੰਨਾ ਚਿਰ ਤੱਕ ਉਹਦੀ ਮਿਆਦ ਨਾ ਲੰਘ ਗਈ। ਇਸੇ ਮੁਕੱਦਮੇ ਵਿੱਚ ਹੀ ਭਾਈ ਰਣਜੀਤ ਸਿੰਘ ਨੂੰ 14 ਸਾਲ ਜੇਲ੍ਹ ਕੱਟਣੀ ਪਈ ਤੇ ਉਹਨਾਂ ਦੀ ਜਵਾਨੀ ਦੇ ਵਧੀਆ 14 ਸਾਲ ਬੇਕਾਰ ਗਏ। ਉਹਨਾਂ ਨੇ ਸਾਨੂੰ ਬਿਸਤਰੇ ਤੇ ਕਾਰਾਂ ਤੇ ਰੱਖੇ ਅਟੈਚੀਆਂ ਨੂੰ ਹੱਥ ਨਾ ਲਾਉਣ ਦਿੱਤਾ ਤੇ ਸਾਰਾ ਸਮਾਨ ਆਪ ਹੀ ਚੁੱਕ ਕੇ 13 ਤੇ 14 ਨੰਬਰ ਕਮਰੇ ਵਿੱਚ ਲਿਆਏ। ਇਹ ਦੋਵੇਂ ਕਮਰੇ ਆਮ ਕਮਰਿਆਂ ਨਾਲੋਂ ਕਾਫੀ ਵੱਡੇ ਸਨ। ਹਰ ਕਮਰੇ ਵਿੱਚ ਮੰਜਿਆਂ ਤੋਂ ਇਲਾਵਾ ਇੱਕ ਮੇਜ਼ ਉੱਤੇ ਇੱਕ ਪਾਣੀ ਦਾ ਗਲਾਸ ਭਰਿਆ ਹੋਇਆ ਜੱਗ ਤੇ 4-4 ਗਲਾਸ ਪਹਿਲਾਂ ਦੇ ਹੀ ਰੱਖੇ ਹੋਏ ਸਨ। ਪਾਣੀ ਦੇ ਜੱਗ ਉੱਪਰੋਂ ਢੱਕੇ ਹੋਏ ਸਨ, ਗਲਾਸ ਮੂਧੇ ਮਾਰੇ ਹੋਏ ਸਨ। ਸਾਡੇ ਕੋਲ ਸੇਵਾਦਾਰ ਕਈ ਵਾਰੀ ਆਇਆ ਕਿ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸੋ, ਪਰ ਅਸੀਂ ਅੱਗੋਂ ਧੰਨਵਾਦ ਕਰ ਦਿਆ ਕਰੀਏ। ਮੇਰਾ ਉਹ ਰਿਸ਼ਤੇਦਾਰ ਕਹਿਣ ਲੱਗਾ, ਥੱਕੇ ਤੇ ਆਪਾਂ ਪਏ ਆ, 2-2 ਪੈਗ ਮਾਰ ਲੈਂਦੇ ਤਾਂ ਥਕੇਵਾਂ ਲੈ ਜਾਣਾ ਸੀ,
ਪਰ ਆ ਕੰਧ ਤੇ ਲਿਖਿਆ ਹੋਇਆ ਹੈ ਕਿ ਨਸ਼ਾ ਕਰਨਾ ਮਨਾ ਹੈ। ਫਿਰ ਆ ਗਲਾਸ ਤੇ ਪਾਣੀ ਪਤਾ ਨਹੀਂ ਕਾਹਦੇ ਲਈ ਰੱਖਿਆ ਹੋਇਆ। ਰਾਤ ਜਿਹੀ ਪੈ ਗਈ ਪਰ ਅਸੀਂ ਉਦਾਂ ਹੀ ਬੈਠੇ ਰਹੇ। ਫਿਰ ਗਿਆਨੀ ਆਇਆ ਤੇ ਕਹਿਣ ਲੱਗਾ, ਤੁਸੀਂ ਬਿਲਕੁਲ ਘਰ ਵਰਗਾ ਮਹਿਸੂਸ ਕਰੋ, ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸ ਦਿਓ। ਥੱਲੇ ਸਾਡਾ ਰੈਸਟੋਰੈਂਟ ਹੈ ਜਿੱਥੇ ਫਾਇਦਾ ਨਹੀਂ ਨੁਕਸਾਨ ਨਹੀਂ ਦੇ ਆਧਾਰ ਤੇ ਹਰੇਕ ਚੀਜ਼ ਮਿਲਦੀ ਹੈ, ਮੀਟ ਸੋਡਾ ਜੋ ਵੀ ਲੈਣਾ ਹੋਵੇ। ਮੇਰਾ ਰਿਸ਼ਤੇਦਾਰ ਕਹਿਣ ਲੱਗਾ, ਸੋਡਾ ਤੇ ਮੀਟ ਲੈ ਕੇ ਕੀ ਕਰੀਏ, ਤੁਸਾਂ ਤਾਂ ਆ ਕੰਧ ਤੇ ਲਿਖਿਆ ਹੋਇਆ ਹੈ ਕਿ ਨਸ਼ਾ ਕਰਨਾ ਮਨਾ ਹੈ। ਇਹ ਸੁਣ ਕੇ ਗਿਆਨੀ ਬੜਾ ਹੱਸਿਆ ਤੇ ਕਹਿਣ ਲੱਗਾ, ਮੈਂ ਵੀ ਆਖਾਂ ਬਈ ਇਹ ਚੁੱਪਚਾਪ ਕਿਉਂ ਬੈਠੇ ਹਨ। ਅਸਾਂ ਲਿਖ ਕੇ ਇਸ ਕਰਕੇ ਲਾਇਆ ਹੈ ਕਿ ਕੋਈ ਜ਼ਿਆਦਾ ਹੀ ਨਾ ਪੀ ਲਵੇ, ਕਿਉਂਕਿ ਇਹ ਸਾਡੇ VIP ਕਮਰੇ ਹਨ ਤੇ ਸਾਹਮਣੇ ਬਾਬਾ ਜੀ ਦੀ ਰਹਿائش ਹੈ। ਇਦਾਂ ਤੇ ਕੋਈ ਜ਼ਿਆਦਾ ਪੀ ਕੇ ਉੱਚੀ ਉੱਚੀ ਗੱਲਾਂ ਹੀ ਕਰੀ ਜਾਵੇਗਾ ਜਾਂ ਗਾਲੀ ਗਲੋਚ ਤੇ ਉਤਰ ਆਵੇਗਾ, ਪਰ ਤੁਸੀਂ ਤਾਂ ਆਪਣੇ ਪਰਿਵਾਰਾਂ ਨਾਲ ਹੋ। ਫਿਰ ਸਰਦਾਰ ਨਰਿੰਜਨ ਸਿੰਘ ਹੋਰਾਂ ਕਰਕੇ, ਅਸਾਂ ਤੁਹਾਡੀ ਸੇਵਾ ਕਰਨੀ ਹੀ ਹੈ, ਸਾਡਾ ਫਰਜ਼ ਬਣਦਾ ਹੈ। ਥੋੜੀ ਦੇਰ ਬਾਅਦ ਹੀ ਸੋਡਾ ਬਰਫ਼ ਤੇ ਮੀਟ ਤੇ ਸਲਾਦ ਵਗੈਰਾ ਆ ਗਿਆ। ਉਨੇ ਚਿਰ ਤੱਕ ਹਨੇਰਾ ਹੋ ਚੁੱਕਾ ਸੀ ਤੇ ਵਿਹੜੇ ਵਿੱਚ ਲਾਗਲੇ ਘਰਾਂ ਦੇ ਬੱਚੇ ਖੇਡਣ ਲਈ ਆ ਗਏ ਸਨ। 14-15 ਸਾਲਾਂ ਦੀਆਂ ਕੁੜੀਆਂ ਤੱਕ ਵੀ ਖੇਡਣ ਵਾਲੇ ਬੱਚਿਆਂ ਵਿੱਚ ਸ਼ਾਮਲ ਸਨ। ਸਾਡੇ ਬੱਚੇ ਵੀ ਭੱਜ ਕੇ ਥੱਲੇ ਵਿਹੜੇ ਵੱਲ ਨੂੰ ਜਾਣ ਜਿੱਥੇ ਦੂਜੇ ਬੱਚੇ ਕੋਟਲਾ ਛਪਾਕੀ ਖੇਡ ਰਹੇ ਸਨ। ਅਸੀਂ ਰੋਕੀਏ ਪਰ ਬੱਚੇ ਰੋਣ ਲੱਗ ਪੈਣ। ਅਖੀਰ ਉਹਨਾਂ ਨੇ ਥੱਲੇ ਜਾ ਕੇ ਹੀ ਸਾਹ ਲਿਆ। ਨਿਰੰਕਾਰੀਆਂ ਦੀ ਇੱਕ ਸਿਫਤ ਤਾਂ ਹੈ ਕਿ ਉਹਨਾਂ ਨੇ ਆਪਣੇ ਪੈਰੋਕਾਰਾਂ ਨੂੰ ਸਾਫ਼ ਸੁਥਰੇ ਕੱਪੜੇ ਪਾਉਣੇ ਤਾਂ ਸਿਖਾ ਹੀ ਦਿੱਤੇ ਹਨ। ਕਿਸੇ ਵੱਲ ਵੀ ਵੇਖ ਲਵੋ, ਸਾਫ਼ ਸੁਥਰਾ ਨਹਾਤਾ ਧੋਤਾ ਤੇ ਖੁਸ਼ਬੂਦਾਰ ਸਜਿਆ ਧਜਿਆ ਹੀ ਨਜ਼ਰ ਆਵੇਗਾ। ਇਹ ਸਾਰਾ ਕੁਝ ਵੇਖਾ ਵੇਖੀ ਆਪਣੇ ਆਪ ਹੀ ਹੋ ਜਾਂਦਾ ਹੈ। ਸਾਡੇ ਬੱਚਿਆਂ ਨੇ ਵੀ 2-3 ਘੰਟੇ ਖੇਡ ਕੇ ਪੂਰਾ ਆਨੰਦ ਲੁੱਟਿਆ। ਕਦੇ ਬਾਹਾਂ ਸਿਰ ਤੋਂ ਉੱਚੀਆਂ ਕਰਕੇ ਕਿਲਕਾਰੀਆਂ ਮਾਰਨ ਲੱਗ ਪੈਣ, ਕਦੇ ਹੱਸ ਦੋਹਰੇ ਹੋਈ ਜਾਣ। ਇਹ ਨਜ਼ਾਰਾ ਇਸ ਤਰ੍ਹਾਂ ਦਾ ਸੀ ਜਿਵੇਂ ਇਹ ਸਾਰੇ ਬੱਚੇ ਇੱਕ ਹੀ ਸਾਂਝੇ ਪਰਿਵਾਰ ਦੇ ਹੋਣ, ਕੋਈ ਮੇਰ ਤੇਰ ਨਹੀਂ। ਖੇਡਦਿਆਂ ਬੱਚਿਆਂ ਨੂੰ ਸੇਵਾਦਾਰ ਕਦੇ ਫਲ ਲਿਆ ਕੇ ਦੇਣ, ਕਦੇ ਮਠਿਆਈ, ਕਦੇ ਕੁਝ ਤੇ ਕਦੇ ਕੁਝ। ਇਹੋ ਜਿਹਾ ਵਧੀਆ ਮਾਹੌਲ ਬੱਚਿਆਂ ਨੂੰ ਕਿਤੇ ਨਹੀਂ ਮਿਲ ਸਕਦਾ। ਜਦੋਂ 2 ਪੈਗ ਅੰਦਰ ਗਏ ਤਾਂ ਮੇਰਾ ਰਿਸ਼ਤੇਦਾਰ ਕਹਿਣ ਲੱਗਾ, ਮੈਂ ਤਾਂ ਆਪ ਨਿਰੰਕਾਰੀ ਬਣ ਜਾਣਾ ਹੈ, ਮੈਂ ਇਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ। ਉਹਦੀ ਮਾਤਾ ਵੀ ਇਹੀ ਗੱਲ ਆਖੇ। ਸਵੇਰੇ ਉੱਠ ਕੇ ਨਹਾ ਧੋ ਕੇ ਤਿਆਰ ਹੋਏ ਕਿ ਚਲੋ ਗੁਰਦੁਆਰਾ ਸੀਸਗੰਜ ਸਾਹਿਬ ਦੇ ਦਰਸ਼ਨ ਕਰੀਏ ਤੇ ਫਿਰ ਦੂਸਰੇ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਲਾਲ ਕਿਲ੍ਹਾ ਵੇਖੀਏ। ਉਨੇ ਚਿਰ ਤੱਕ ਥੱਲੇ ਆ ਕੇ ਏਅਰ ਕੰਡੀਸ਼ਨ ਬੱਸਾਂ ਖਲੋਣੀਆਂ ਸ਼ੁਰੂ ਹੋ ਗਈਆਂ। ਨਿਰੰਕਾਰੀ ਵਿੱਚ ਬਹਿੰਦੇ ਜਾਣ ਤੇ ਬੱਸਾਂ ਤੁਰੀਆਂ ਜਾਣ। ਸਾਡੇ ਕੋਲ ਵੀ 5-6 ਬੀਬੀਆਂ ਨੇ ਵਾਰੀ-ਵਾਰੀ ਆ ਕੇ ਆਖਿਆ ਕਿ ਅੱਜ ਪਹਾੜਗੰਜ ਸਮਾਗਮ ਹੈ ਤੇ ਪ੍ਰਵਚਨ ਹੋਣੇ ਹਨ, ਤੁਸੀਂ ਵੀ ਚਲੋ। ਮੈਂ ਤਾਂ ਸਾਫ਼ ਹੀ ਕਹਿ ਦਿੱਤਾ ਕਿ ਮੇਰੀ ਮਾਤਾ ਨੇ ਗੁਰਦੁਆਰਿਆਂ ਦੇ ਦਰਸ਼ਨ ਕਰਨੇ ਹਨ, ਨਾਲੇ ਲਾਲ ਕਿਲ੍ਹਾ ਵੇਖਣਾ ਹੈ। ਪਰ ਦੂਜਾ ਸਾਰਾ ਪਰਿਵਾਰ ਹੀ ਪਹਾੜਗੰਜ ਜਾਣ ਲਈ ਬੱਸ ਵਿੱਚ ਜਾ ਬੈਠਾ। ਸਾਨੂੰ ਇੱਕ ਕਾਰ ਮੁਖਤਿਆਰ ਜਿਹੀ ਬੀਬੀ ਨੇ ਕਿਹਾ, ਚਲੋ ਤੁਸੀਂ ਅੱਜ ਗੁਰਦੁਆਰਿਆਂ ਦੇ ਦਰਸ਼ਨ ਕਰ ਆਓ, ਕੱਲ ਐਤਵਾਰ ਬਾਬਾ ਜੀ ਨੇ ਇੱਥੇ ਹੀ ਪ੍ਰਵਚਨ ਕਰਨੇ ਹਨ। ਤੁਸੀਂ ਕੱਲ ਬਾਬਾ ਜੀ ਦੀ ਰਹਿائش ਦੇ ਉੱਪਰ ਜੋ ਹਾਲ ਹੈ ਇੱਥੇ ਜ਼ਰੂਰ ਆਇਓ। ਬਾਬੇ ਦੀ ਰਹਿائش ਦੇ ਉੱਪਰ ਬਗੈਰ ਕੰਧਾਂ ਤੋਂ ਪਿੱਲਰਾਂ ਤੇ ਹੀ ਛੱਤ ਪਈ ਹੋਈ ਹੈ। ਹਰ ਐਤਵਾਰ ਉੱਥੇ ਸਮਾਗਮ ਕੀਤਾ ਜਾਂਦਾ ਹੈ, ਸ਼ਾਇਦ ਹੁਣ ਵੀ ਹੁੰਦਾ ਹੋਵੇ। ਸਵੇਰੇ ਅਸਾਂ ਆਪਣੇ ਕਮਰੇ 'ਚ ਬੈਠਿਆਂ ਹੀ ਅਜੀਬ ਨਜ਼ਾਰਾ ਵੇਖਿਆ। ਬਾਬਾ ਗੁਰਬਚਨ ਸਿੰਘ ਉੱਚੇ ਆਸਣ ਤੇ ਬੈਠੇ ਸਨ। ਸੰਗਤ ਆਈ ਜਾਵੇ ਤੇ ਮੱਥਾ ਟੇਕੀ ਜਾਵੇ ਤੇ ਬੈਠਦੀ ਜਾਵੇ। ਜਦੋਂ ਪ੍ਰਵਚਨ ਸਮਾਪਤ ਹੋ ਗਏ ਤਾਂ ਇੱਕ ਬੰਦਾ ਉੱਠ ਕੇ ਖਲੋ ਗਿਆ। ਉਸ ਨੇ ਕਿਹਾ, ਮੇਰੇ ਨਵੇਂ ਬਣੇ ਘਰ ਵਿੱਚ ਬਿਜਲੀ ਵਾਲੇ ਮੀਟਰ ਨਹੀਂ ਲਾ ਰਹੇ। ਨੁੱਕਰ ਵਿੱਚੋਂ ਇੱਕ ਬੰਦਾ ਉੱਠਿਆ ਜੋ ਸ਼ਾਇਦ ਬਿਜਲੀ ਦੇ ਮਹਿਕਮੇ ਨਾਲ ਸੰਬੰਧਿਤ ਸੀ। ਉਸ ਨੇ ਕਿਹਾ, ਕੱਲ ਤੁਸੀਂ ਕਿਸੇ ਵੇਲੇ ਮੇਰੇ ਦਫ਼ਤਰ ਆ ਜਾਇਓ, ਮੈਂ ਕੋਸ਼ਿਸ਼ ਕਰਕੇ ਮੀਟਰ ਲਵਾ ਦੇਵਾਂਗਾ। ਇਹ ਸੁਣ ਕੇ ਪਹਿਲਾ ਬੰਦਾ ਬੈਠ ਗਿਆ। ਇੱਕ ਹੋਰ ਆਦਮੀ ਉੱਠਿਆ। ਉਸ ਨੇ ਕਿਹਾ, ਜੀ ਮੇਰਾ ਫਲਾਣੀ ਕਲੋਨੀ ਵਿੱਚ ਕਿਸੇ ਨਵੀਂ ਬਣੀ ਕਲੋਨੀ ਦਾ ਨਾਮ ਲਿਆ, ਵਿੱਚ ਨਕਸ਼ਾ ਪਾਸ ਨਹੀਂ ਹੋ ਰਿਹਾ ਤੇ ਦਫ਼ਤਰ ਵਾਲੇ ਰਿਸ਼ਵਤ ਮੰਗਦੇ ਹਨ। ਇੱਕ ਹੋਰ ਬੰਦਾ ਉੱਠਿਆ ਤੇ ਉਸ ਨੇ ਆਪਣਾ ਕਾਰਡ ਉਸ ਬੰਦੇ ਵੱਲ ਵਧਾਇਆ ਜੋ ਦੂਰ ਖਲੋਤੇ ਬੰਦੇ ਕੋਲ ਹੱਥੋਂ ਹੱਥੀਂ ਬੈਠੇ ਲੋਕਾਂ ਨੇ ਪਹੁੰਚਾ ਦਿੱਤਾ। ਉਸ ਨੇ ਵੀ ਇਹੀ ਕਿਹਾ, ਮੈਨੂੰ ਮਿਲ ਲੈਣਾ, ਤੁਹਾਡਾ ਕੰਮ ਹੋ ਜਾਵੇਗਾ। ਇਸ ਤਰ੍ਹਾਂ ਹੀ ਹੋਰ ਮਹਿਕਮਿਆਂ ਨਾਲ ਸੰਬੰਧਿਤ ਲੋਕ ਵੀ ਵਾਰੀ-ਵਾਰੀ ਆਪਣਾ ਕੰਮ ਦੱਸਦੇ ਰਹੇ ਤੇ ਕੋਈ ਨਾ ਕੋਈ ਉੱਠ ਕੇ ਉਹਨਾਂ ਨੂੰ ਭਰੋਸਾ ਦਿੰਦਾ ਰਿਹਾ ਕਿ ਕੰਮ ਹੋ ਜਾਵੇਗਾ।
ਨਿਰੰਕਾਰੀ ਬਾਬਾ ਸਿਰਫ ਸੁਣ ਰਿਹਾ ਸੀ ਤੇ ਵੇਖ ਰਿਹਾ ਸੀ ਤੇ ਇਸ ਸਮੇਂ ਵਿੱਚ ਉਸ ਨੇ ਇੱਕ ਲਫ਼ਜ਼ ਵੀ ਮੂੰਹੋਂ ਨਹੀਂ ਕੱਢਿਆ। ਨਿਰੰਕਾਰੀ ਬਣ ਕੇ ਕੰਮ ਕਰਵਾਉਣਾ ਵੀ ਸ਼ਾਇਦ ਨਿਰੰਕਾਰੀਆਂ ਦੀ ਗਿਣਤੀ ਵਧਾਉਂਦਾ ਹੈ। ਆਪਣੇ ਨਿੱਜੀ ਕੰਮਾਂ ਦੀ ਸਾਰੀ ਦੁਨੀਆ ਨੂੰ ਕੰਮ ਹੋ ਜਾਣ ਤੇ ਰਾਹਤ ਮਿਲਦੀ ਹੋਏਗੀ। ਸਮਾਗਮਾਂ ਤੇ ਆਉਣ ਕਰਕੇ ਵਿਆਹੁਣਯੋਗ ਕੁੜੀਆਂ ਲਈ ਮੁੰਡੇ ਤੇ ਮੁੰਡਿਆਂ ਲਈ ਕੁੜੀਆਂ ਵੀ ਮਿਲ ਜਾਂਦੀਆਂ ਹਨ। ਇਸ ਤਰ੍ਹਾਂ ਇਹ ਇੱਕ ਭਾਈਚਾਰਾ ਜਿਹਾ ਬਣਿਆ ਹੋਇਆ ਹੈ। ਮੇਰਾ ਰਿਸ਼ਤੇਦਾਰ ਵੀ ਹਰ ਐਤਵਾਰ ਚੰਡੀਗੜ੍ਹ ਦੇ ਨਿਰੰਕਾਰੀ ਭਵਨ ਜਾਣ ਲੱਗ ਪਿਆ, ਖਾਸ ਕਰਕੇ ਉਸ ਦਿਨ ਤੋਂ ਜਿਸ ਦਿਨ ਉਸ ਨੂੰ ਪਤਾ ਲੱਗਾ ਕਿ ਉਸ ਦੇ ਮਹਿਕਮੇ ਦਾ ਸਕੱਤਰ ਕੱਟੜ ਨਿਰੰਕਾਰੀ ਹੈ। ਇੱਕ ਹੋਰ PCS ਕੁੜੀ ਜਿਸ ਦਾ ਪਤੀ ਚੰਡੀਗੜ੍ਹ ਦੇ ਕਿਸੇ ਗੁਰਦੁਆਰੇ ਦਾ ਪ੍ਰਧਾਨ ਵੀ ਸੀ, ਉੱਥੇ ਨਿਯਮਤ ਜਾਂਦੀ ਸੀ। ਜਦੋਂ ਵੀ ਸਕੱਤਰ ਨਿਰੰਕਾਰੀ ਭਵਨ ਆਵੇ, ਮੇਰਾ ਰਿਸ਼ਤੇਦਾਰ ਉਹਦੇ ਪੈਰੀਂ ਹੱਥ ਤੇ ਉਹ ਸਕੱਤਰ ਮੇਰੇ ਰਿਸ਼ਤੇਦਾਰ ਦੇ ਪੈਰੀਂ ਹੱਥ ਲਾਇਆ ਕਰੇ। 5-6 ਵਾਰੀ ਇਸ ਤਰ੍ਹਾਂ ਹੋਣ ਨਾਲ ਦੋਹਾਂ ਦੀ ਵਾਕਫੀਅਤ ਬਣ ਗਈ। ਬਸ ਇਸੇ ਵਾਕਫੀਅਤ ਦਾ ਫਾਇਦਾ ਉਠਾ ਕੇ ਇੱਕ ਦਿਨ ਉਸਨੇ ਸਕੱਤਰ ਨੂੰ ਕਿਹਾ, ਸਰ, ਮੈਨੂੰ ਸ਼ੁਰੂ ਤੋਂ ਚੰਡੀਗੜ੍ਹ ਹੀ ਲਾਇਆ ਹੋਇਆ, ਮੈਨੂੰ ਵੀ ਬਾਹਰ ਚੰਗੇ ਥਾਂ ਲਾਇਆ ਜਾਵੇ। ਤੀਜੇ ਦਿਨ ਉਹ ਰੋਪੜ ਐਗਜ਼ੈਕਟਿਵ ਮੈਜਿਸਟ੍ਰੇਟ ਲਾ ਦਿੱਤਾ ਗਿਆ। ਇਹ ਸੀ ਨਿਰੰਕਾਰੀ ਅਫਸਰ ਸਾਹਮਣੇ ਨਿਰੰਕਾਰੀ ਬਣਨ ਦਾ ਫਾਇਦਾ। ਮੇਰਾ ਰਿਸ਼ਤੇਦਾਰ ਦੱਸਦਾ ਸੀ ਕਿ ਉਹ ਕੁੜੀ ਵੀ ਜਿਸ ਦਾ ਪਿਓ ਗੁਰਦੁਆਰੇ ਦਾ ਪ੍ਰਧਾਨ ਸੀ, ਜਦੋਂ ਵੀ ਉਸ ਨੂੰ ਨਿਰੰਕਾਰੀ ਭਵਨ ਜਾਣ ਤੋਂ ਰੋਕਦਾ ਤਾਂ ਉਹ ਕਹਿੰਦੀ, ਮੈਂ ਨੌਕਰੀ ਬਤਾਊਂ ਦੀ ਕਰਨੀ ਹੈ ਕਿ ਅਕਬਰ ਬਾਦਸ਼ਾਹ ਦੀ। ਅਰਥਾਤ ਉਸ ਦੀ ਨਜ਼ਰ ਵਿੱਚ ਸਿੱਖ ਬਤਾਊਂ ਸਨ ਤੇ ਨਿਰੰਕਾਰੀ ਅਫਸਰ ਅਕਬਰ ਬਾਦਸ਼ਾਹ। ਉਹ ਸਾਫ਼ ਕਹਿ ਦਿੰਦੀ ਸੀ, ਮੈਂ ਸਿੱਖਾਂ ਕੋਲੋਂ ਕੀ ਲੈਣਾ ਹੈ, ਮੇਰਾ ਅਫਸਰ ਖੁਸ਼ ਹੈ ਤਾਂ ਮੈਨੂੰ ਕੋਈ ਫਿਕਰ ਫਾਕਾ ਨਹੀਂ। ਕੁਝ ਮਹੀਨਿਆਂ ਬਾਅਦ ਨਿਰੰਕਾਰੀ ਕਾਂਡ ਹੋ ਗਿਆ। ਦੋਹਾਂ ਫਿਰਕਿਆਂ ਵਿੱਚ ਸਪਸ਼ਟ ਲੀਕ ਖਿੱਚੀ ਗਈ ਤੇ ਹੁਕਮਨਾਮਾ ਜਾਰੀ ਹੋ ਗਿਆ। ਤਾਂ ਕਿਤੇ ਜਾ ਕੇ ਉਹ ਦੋਵੇਂ ਅਫਸਰ ਨਿਰੰਕਾਰੀ ਭਵਨ ਜਾਣੋਂ ਹਟੇ। ਸਰਕਾਰੀ ਕਰਮਚਾਰੀਆਂ ਵਿੱਚੋਂ ਤਾਂ ਹੀ ਬਹੁਤੇ ਨਿਰੰਕਾਰੀ ਬਣ ਗਏ ਸਨ ਕਿਉਂਕਿ ਉੱਪਰਲੇ ਅਫਸਰ ਉਹਨਾਂ ਨੂੰ ਮੁਨਾਫਾਖੋਰ ਕੁਰਸੀਆਂ ਤੇ ਬਿਠਾ ਦਿੰਦੇ ਸਨ ਤੇ ਉਹ ਕੁਝ ਵੀ ਸ਼ਾਹੀ ਸਫੈਦੀ ਕਰਨ ਕੋਈ ਐਕਸ਼ਨ ਨਹੀਂ ਸਨ ਲੈਂਦੇ। ਦੱਸਦੇ ਹਨ, ਜਦੋਂ ਨਰਿੰਜਨ ਸਿੰਘ ਸਕੱਤਰ ਟਰਾਂਸਪੋਰਟ ਸੀ ਤਾਂ ਇੱਕ ਕੰਡਕਟਰ ਨੂੰ ਜੋ ਨਿਰੰਕਾਰੀ ਸੀ ਉਸਨੇ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਵਾਲੀ ਬੱਸ ਤੇ ਲਾ ਦਿੱਤਾ। ਉੱਥੇ ਇੱਕ ਮੇਲਾ ਲੱਗਦਾ ਹੈ ਜੋ ਬਹੁਤ ਹੀ ਭਰਦਾ। ਉਹ ਕੰਡਕਟਰ ਤੇ ਡਰਾਈਵਰ ਰਲ ਕੇ 2 ਰਾਤਾਂ ਤੇ 2 ਦਿਨ ਬੱਸ ਮੇਲੇ ਤੇ ਚਲਾਉਂਦੇ ਰਹੇ। ਡੀਜ਼ਲ ਆਪਣਾ ਪਵਾ ਕੇ 2 ਦਿਨ ਦੀ ਸਾਰੀ ਵਟਕ ਉਹਨਾਂ ਆਪਣੀ ਜੇਬ ਵਿੱਚ ਪਾ ਲਈ। ਉਸ ਬੱਸ ਸਰਵਿਸ ਤੋਂ ਪ੍ਰਭਾਵਿਤ ਹੋ ਕੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ DC ਦਾ ਧੰਨਵਾਦ ਕੀਤਾ ਕਿ ਇਸ ਵਾਰ ਭਾਵੇਂ ਮੇਲੇ ਨੂੰ ਮੁੱਖ ਰੱਖਦਿਆਂ ਤੁਸਾਂ ਇੱਕ ਬੱਸ ਹੀ ਲਾਈ ਹੈ, ਪਰ ਲੋਕਾਂ ਨੂੰ ਬਹੁਤ ਸਹੂਲਤ ਹੋਈ। ਖਾਸ ਕਰਕੇ ਜਿਹੜੀ ਮੇਲੇ ਤੇ ਰਾਤ ਦੀ ਬੱਸ ਸਰਵਿਸ ਸੀ, ਉਸਨੇ ਤਾਂ ਲੋਕਾਂ ਨੂੰ ਬਹੁਤ ਹੀ ਆਰਾਮ ਪਹੁੰਚਾਇਆ ਹੈ। ਇਸ ਵਾਰ ਦੀ ਤਰ੍ਹਾਂ ਅੱਗੇ ਤੋਂ ਵੀ ਮੇਲੇ ਤੇ ਰਾਤ ਦੀ ਬੱਸ ਸੇਵਾ ਚਾਲੂ ਕੀਤੀ ਜਾਇਆ ਕਰੇ। DC ਹੈਰਾਨ, ਬਈ ਕਿਹੜੀ ਬੱਸ ਸੇਵਾ ਚਾਲੂ ਰਹੀ ਹੈ ਜਿਸ ਦਾ ਸਾਨੂੰ ਪਤਾ ਹੀ ਨਹੀਂ। ਜਦੋਂ ਉਸਨੇ ਪੁੱਛਗਿੱਛ ਕਰਵਾਈ ਤਾਂ ਡਰਾਈਵਰ ਤੇ ਕੰਡਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ। ਪਰ ਦੱਸਦੇ ਹਨ ਕਿ ਉਸੇ ਦਿਨ ਹੀ ਸ਼ਾਮ ਨੂੰ ਜਨਰਲ ਮੈਨੇਜਰ ਅੰਮ੍ਰਿਤਸਰ ਨੂੰ ਫੋਨ ਆ ਗਿਆ ਕਿ ਉਹਨਾਂ ਦੋਹਾਂ ਨੂੰ ਬਹਾਲ ਕਰਕੇ ਮੈਨੂੰ ਖਬਰ ਕਰੋ। ਜਨਰਲ ਮੈਨੇਜਰ ਆਪ ਉਹਨਾਂ ਦੋਹਾਂ ਦੇ ਪਿੰਡ ਇਹ ਦੱਸਣ ਗਿਆ ਕਿ ਤੁਹਾਨੂੰ ਮੁਅੱਤਲ ਨਹੀਂ ਕੀਤਾ ਗਿਆ। ਇਹ ਬਰਕਤਾਂ ਸਨ ਨਿਰੰਕਾਰੀ ਬਣਨ ਦੀਆਂ ਤੇ ਸ਼ਾਇਦ ਹੁਣ ਵੀ ਹਨ। ਨਿਰੰਕਾਰੀ ਰਾਧਾ ਸਵਾਮੀ, ਸਤਨਾਮ, ਅਨਾਮੀ ਤੇ ਜੇਠੂ ਵਾਲੀਏ ਤੇ ਇਸ ਤਰ੍ਹਾਂ ਦੇ ਹੀ ਕੁਝ ਹੋਰ ਨਵੇਂ ਧਰਮ ਜੋ ਸਿੱਖ ਦੇਖ ਵਾਲੇ ਹਨ। ਭਾਰਤੀ ਏਜੰਸੀਆਂ ਨੇ ਸਿੱਖੀ ਨੂੰ ਘੱਟ ਕਰਨ ਲਈ ਸਰਕਾਰ ਦੀ ਹਦਾਇਤ ਤੇ ਚਲਾਏ ਹਨ। ਗੁਰਮੀਤ ਰਾਮ, ਰਹੀਮ ਸਿੰਘ ਤੇ ਹੋਰ ਬਥੇਰੇ ਐਸੇ ਲੋਕ ਹਨ ਜੋ ਸਿੱਖੀ ਨੂੰ ਢਾਹ ਲਾ ਰਹੇ ਹਨ, ਪਰ ਸਿੱਖ ਘੂਕ ਸੁੱਤੇ ਪਏ ਹਨ। ਕਿਤਾਬ ਤੇ ਸਿੱਖ ਵੀ ਨਿਗਲਿਆ ਗਿਆ। ਲੇਖਕ ਕੁਲਬੀਰ ਸਿੰਘ ਕੌੜਾ। ਭਾਗ 9ਵਾਂ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।